ਤੁਸੀਂ ਕਾਂਗਰਸ ਦੀ ਗੱਲ ਕੀਤੀ, ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ, ਪਰ ਤੁਸੀਂ ਬੀਜੇਪੀ ਦਾ ਹਿੱਸਾ ਵੀ ਰਹੇ ਹੋ ਇੱਕ ਟਾਈਮ ਤੇ। ਤੁਹਾਨੂੰ ਲੱਗਦਾ ਵੀ ਇਹੋ ਜਿਹੀਆਂ ਪਾਰਟੀਆਂ ਜਾਂ ਫਿਰ ਆਮ ਆਦਮੀ ਪਾਰਟੀ ਦਾ ਤਾਂ ਪਤਾ ਹੀ ਹੈ ਕਿ ਇਹਦੇ ਵਿੱਚ ਜਿਹੜੇ ਲੋਕ ਨੇ ਉਹ ਸਾਰੇ ਆਮ ਘਰਾਂ ਤੋਂ ਆਏ ਨੇ, ਇਹ ਗੱਲ ਬਾਰ-ਬਾਰ ਅੱਗੇ ਵੀ ਰੱਖੀ ਜਾਂਦੀ ਹੈ, ਤੇ ਕੁਝ ਹਜੇ ਹੈਗੀ ਹੈ ਇਹਦੇ ਵਿੱਚ ਸੰਜੀਦਗੀ? देखो बीजेपी च नो डाउट उस हद तक तो नहीं है परिवारवाद जिस हद तक बाकियां पार्टियां च कांग्रेस या रीजनल पार्टियां तो है ही एक परिवार दियां। लेकिन बीजेपी नूं तो मैं तां ही छड्डिया सी कि बीजेपी उदों जिस तरह काले कानून आए आ, सब तो पहले रिजाइन ही मैं कीता सी कि बीजेपी जदों दे मोदी साहब आए खास ਜਿਹੜੀ ਪਾਰਟੀ ਵਿਦ ਡਿਫਰੈਂਸ ਹੁੰਦੀ ਸੀ ਅਟਲ ਜੀ ਦੇ ਟਾਈਮ ਜੀ, ਉਹ ਪਾਰਟੀ ਸਿਰਫ ਤੇ ਸਿਰਫ ਕਾਰਪੋਰੇਟਾਂ ਦੇ ਹਵਾਲੇ ਹੋ ਗਈ ਔਰ ਪ੍ਰੋ ਕਾਰਪੋਰੇਟ ਪਾਲਿਸੀਜ਼ ਹੋਣ ਕਰਕੇ ਆਮ ਸਧਾਰਨ ਲੋਕਾਂ ਦਾ, ਚਾਹੇ ਉਹ ਮਜ਼ਦੂਰ ਕਲਾਸ ਹੈ, ਕਿਸਾਨੀ ਹੈ, ਉਹਦੇ ਵਾਸਤੇ ਉਹਨਾਂ ਦਾ ਕੋਈ ਧਿਆਨ ਨਹੀਂਗਾ। ਤੇ ਅੱਜ ਬੀਜੇਪੀ ਵੀ ਉਸੇ ਨਕਸ਼ੇ ਤੇ ਚੱਲ ਪਈ ਹੈ ਜਿਹੜੇ ਨਕਸ਼ੇ ਤੇ ਲੰਬੇ ਸਮੇਂ ਤੱਕ ਕਾਂਗਰਸ ਰਹੀ ਹੈ। लेकिन दुनिया च अवेयरनेस जागरूकता बड़ी आई है। अरविंद केजरीवाल जी की पॉलिटिक्स ने एक नवी रूह फूकी है जिहदे तकरीबन आम सधारण और नॉन रैलेवेंट चेहरिਆਂ ਨੂੰ ਜਿਹੜਾ ਹੈ ਲੀਡਰ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਬਿਹਤਰ ਸਿਸਟਮ ਦੇ ਰਹੇ ਹਾਂ, ਵਿਰੋਧੀ ਕਹਿ ਰਹੇ ਨੇ ਕਿ ਬਹੁਤ ਸਾਰੀਆਂ ਕਮੀਆਂ ਨੇ। ਹੁਣ ਦੇਸ਼ 'ਚ ਹਰ ਥਾਂ ਮਨੋਹਰ ਲਾਲ ਖੱਟੜ ਜੀ ਵੀ ਪੇਰੈਂਟ ਮੀਟਿੰਗ ਕਰ ਰਹੇ ਆ, ਉਧਰ ਮੋਦੀ ਸਾਹਿਬ ਸਕੂਲਾਂ ਦੇ ਗੇੜੇ ਮਾਰੀ ਜਾਂਦੇ ਆ, ਉਧਰ ਜਿਹੜੇ ਅਮਿਤ ਸ਼ਾਹ ਜੀ ਤਾਂ ਆਪਾਂ ਸੋਚ ਵੀ ਨਹੀਂ ਸਕਦੇ ਕਿਤੇ ਸਕੂਲ 'ਚ ਜਾਣਗੇ, ਉਹ ਵੀ ਜਾਂਦੇ ਆ। ਸੋ ਇੱਕ ਤੇ ਉਹਨਾਂ ਨੇ ਜਿਹੜਾ ਰਾਜਨੀਤੀ ਦਾ ਏਜੰਡਾ ਆਮ ਲੋਕਾਂ ਨਾਲ ਰਿਲੇਟਡ ਹੋਣਾ ਚਾਹੀਦਾ, ਅਰਵਿੰਦ ਕੇਜਰੀਵਾਲ ਜੀ ਨੇ ਉਹ ਏਜੰਡਾ ਸੈੱਟ ਕਰਤਾ। ਅਦਰਵਾਈਜ਼ ਤੇ ਉਹੀ ਦਾਦੇ ਪੜਦਾਦੇ, ਉਹੀ ਪੋਤਰੇ ਦੋਤਰੇ, ਇੱਕ ਪਰਿਵਾਰ ਲਗਾਤਾਰ ਉਹ ਆ ਜਾਂਦੇ, ਉਹ ਵਾਰੀਆਂ ਬੰਨੀਆਂ ਹੋਈਆਂ ਸੀ। ਔਰ ਨਾ ਸਿਰਫ ਪੰਜਾਬ 'ਚ, ਮੈਂ ਸਾਰੇ ਦੇਸ਼ ਦੀ ਗੱਲ ਕਰਦਾ। ਮੰਤਰੀ ਦੇ ਬਿਆਨ ਦੀ ਗੱਲ ਕਰੀਏ ਤੇ ਗੋਲਕ ਨੂੰ ਲੈ ਕੇ ਜਿਹੜਾ ਉਹਨਾਂ ਦਾ ਬਿਆਨ ਆਇਆ ਤੇ ਉਸ ਨੂੰ ਲੈ ਕੇ ਵਿਰੋਧੀ ਧਿਰਾਂ ਜਿਹੜੀਆਂ ਨੇ, ਖਾਸ ਕਰਕੇ ਅਕਾਲੀ ਦਲ ਦੀ ਗੱਲ ਕਰੀਏ, ਸੁਖਬੀਰ ਬਾਦਲ ਦੀ ਗੱਲ ਕਰੀਏ, ਉਹਨਾਂ ਨੇ ਕਾਊਂਟਰ ਜਿਹੜਾ ਇਸ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੀ ਕਹੋਗੇ ਇਹਦੇ ਬਾਰੇ? ਇਹਦੇ ਪਿੱਛੇ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਲੱਗ ਰਿਹਾ ਸ਼ਾਇਦ ਇਸੇ ਬਹਾਨੇ ਪੰਥ ਮੇਰੇ ਨਾਲ ਜੁੜ ਜੂਗਾ, ਪਰ ਜੁੜਨਾ ਨਹੀਂ। ਪਾਰਟਿਕੂਲਰ ਪਰਿਵਾਰ ਦੀ ਜੇਬ ਚੋਂ ਜਿਹੜਾ ਹੈ ਪ੍ਰਧਾਨ ਬਣਦਾ, ਫਲਾਣੇ ਪਰਿਵਾਰ ਦੀਆਂ ਪੋਲੀਟੀਕਲ ਰੈਲੀਆਂ 'ਚ ਐਸਜੀਪੀਸੀ ਦਾ ਪੈਸਾ ਖਰਚ ਹੁੰਦਾ ਜਾਂਦਾ। ਹਰਿਆਣੇ ਦੇ ਸਿੱਖਾਂ ਨੇ ਤੇ ਓਪਨਲੀ ਕਹਿਤਾ ਕਿ ਸਾਨੂੰ ਤੇ ਕਮੇਟੀ ਅਲੱਗ ਬਣਾਈ ਜਾਵੇ ਸਾਡੀ, ਕਿਉਂਕਿ ਅੰਮ੍ਰਿਤਸਰ ਤੋਂ ਆ ਕੇ ਕਮੇਟੀ ਸਾਡੀਆਂ ਸਾਰੀਆਂ ਗੋਲਕਾਂ ਦਾ ਪੈਸਾ ਵੀ ਲੈ ਜਾਂਦੀ ਹੈ, ਸਾਡੇ ਨੌਕਰੀਆਂ ਵੀ ਮੁੰਡਿਆਂ ਨੂੰ ਨਹੀਂ ਦਿੰਦੀ। ਰਜਿੰਦਰ ਕੌਰ ਭੱਠਲ ਨੇ 2008 'ਚ ਕਿਹਾ ਸੀ ਕਿ ਗੋਲਕਾਂ ਐਸਜੀਪੀਸੀ ਦਾ ਮਿਸਯੂਜ਼ ਦਾ, ਕੈਪਟਨ ਅਮਰਿੰਦਰ ਨੇ ਕਿਹਾ ਸੀ। ਲੇਕਿਨ ਹੁਣ ਸੁਖਬੀਰ ਸਿੰਘ ਬਾਦਲ ਨੂੰ ਮਾਨ ਸਾਹਿਬ ਦੇ ਬਿਆਨ ਤੇ ਇਤਰਾਜ਼ ਇਸ ਕਰਕੇ ਆ ਕਿ ਇਹਨਾਂ ਨੂੰ ਲੱਗਦਾ ਹੈ ਵੀ ਸ਼ਾਇਦ ਇਸ ਬਿਆਨ ਨਾਲ ਹੀ ਅਸੀਂ ਰਿਵਾਈਵ ਹੋ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅਨਕਟ। ਸਵਾਗਤ ਹੈ ਤੁਹਾਡਾ। ਅਨਕਟ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਹਰ ਵਾਰ ਅਸੀਂ ਤੁਹਾਨੂੰ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਜਿਹੜਾ ਰੂਬਰੂ ਕਰਵਾਉਂਦੇ ਹਾਂ, ਉਸੇ ਤਰੀਕੇ ਦੇ ਨਾਲ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਵਿਹੜੇ 'ਚ ਦੁਬਾਰਾ ਆਏ ਹਾਂ। ਆਮ ਆਦਮੀ ਪਾਰਟੀ ਜਿਸ ਨੇ ਸਰਕਾਰ ਬਣਾਈ ਬੜੇ ਵੱਡੇ ਬਹੁਮਤ ਦੇ ਨਾਲ, ਉਹਨਾਂ ਦੇ ਬੁਲਾਰੇ ਅੱਜ ਸਾਡੇ ਨਾਲ ਨੇ ਮਾਲਵਿੰਦਰ ਸਿੰਘ ਕੰਗ। ਮਾਲਵਿੰਦਰ ਸਿੰਘ ਕੰਗ ਹੋਰਾਂ ਦੇ ਨਾਲ ਗੱਲਬਾਤ ਕਰਨੀ ਇਸ ਕਰਕੇ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਇਹ ਬੁਲਾਰੇ ਵੀ ਨੇ ਤੇ ਬਹੁਤ ਜਿਹਨੂੰ ਕਹਿ ਸਕਦੇ ਹਾਂ ਕਿ ਖੁੱਲ੍ਹੇ ਬੁਲਾਰੇ ਨੇ। ਪਰ ਜੇ ਪਿਛੋਕੜ 'ਚ ਜਾਈਏ ਤਾਂ ਕਿਸੇ ਟਾਈਮ ਕਮਲ ਦੇ ਵੀ ਨਾਲ ਹੁੰਦੇ ਸੀ, ਬੀਜੇਪੀ ਵਿੱਚ ਹੁੰਦੇ ਸੀ, ਪੰਜਾਬ ਬੀਜੇਪੀ ਦੇ ਸਕੱਤਰ ਜਨਰਲ ਸੀਗੇ। ਤੇ ਉਹਦੇ ਬਾਅਦ ਇਹਨਾਂ ਨੇ ਕਿਹਾ ਸੀ ਵੀ ਅਸੀਂ ਛੱਡ ਕੇ ਇਸ ਕਰਕੇ ਆਏ ਹਾਂ ਭਾਜਪਾ, ਕਿਉਂਕਿ ਉੱਥੇ ਕਿਸਾਨਾਂ ਦੀ ਜਿਹੜੀ ਗੱਲ ਸੀ ਉਸ 'ਤੇ ਇਹਨਾਂ ਦਾ ਜਿਹੜਾ ਸੀਗਾ ਲੱਗਦਾ ਸੀ ਇਹਨਾਂ ਨੂੰ ਕਿ ਮੈਂ ਉਹਨਾਂ ਨਾਲ ਖੜ ਨਹੀਂ ਸਕ ਰਿਹਾ। ਪਰ ਉਸ ਦੇ ਬਾਅਦ ਇਹਨਾਂ ਦੀ ਸ਼ਖਸੀਅਤ ਦੇ ਬੜੇ ਰੰਗ ਨੇ, ਕਿਉਂਕਿ ਇਹ ਸਟੂਡੈਂਟ ਪੋਲੀਟਿਕਸ 'ਚੋਂ ਆਏ ਨੇ। ਗੱਲਬਾਤ ਕਰਦੇ ਇਹਨਾਂ ਨਾਲ ਅੱਜ ਖੁੱਲ੍ਹ ਕੇ ਹੋਣਗੀਆਂ ਗੱਲਾਂ ਅਨਕਟ ਦੇ ਵਿੱਚ। ਸਵਾਗਤ ਹੈ ਤੁਹਾਡਾ। ਸ਼ੁਕਰੀਆ ਮੈਡਮ, ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਧੰਨਵਾਦ। ਮੈਂ ਕਿਹਾ ਬੁਲਾਰੇ ਬੜੇ ਬੁਲੰਦ ਹੋ ਤੁਸੀਂ। ਅਸੀਂ ਐਕਚੁਅਲ 'ਚ ਸਟੂਡੈਂਟ ਪੋਲੀਟਿਕਸ 'ਚ ਰਹੇ ਹਾਂ। ਪੰਜਾਬ ਯੂਨੀਵਰਸਿਟੀ ਮੈਂ 2 ਵਾਰ ਪ੍ਰੈਜ਼ੀਡੈਂਟ ਰਿਹਾ ਸਟੂਡੈਂਟ ਯੂਨੀਅਨ ਦਾ, ਔਰ 2 ਵਾਰ ਮੈਂ ਸੈਨੇਟ 'ਚ ਰਿਹਾ। ਤੇ ਸੁਭਾਵਿਕ ਤੌਰ ਤੇ ਆ ਜਿਹੜੀ ਪੋਲੀਟਿਕਸ ਹੈ ਜਾਂ ਕਾਲਜਾਂ ਦੀ ਪੋਲੀਟਿਕਸ ਹੈ ਜਾਂ ਸਟੂਡੈਂਟ ਪੋਲੀਟਿਕਸ ਹੈ,
ਉਹਦੇ ਤੁਹਾਡੀ ਵੱਡੇ ਸਤਰ ਤੇ ਟ੍ਰੇਨਿੰਗ ਹੋ ਜਾਂਦੀ ਆ ਬੋਲਣ ਦੀ। ਔਰ ਤੁਸੀਂ ਦੇਸ਼ ਭਰ 'ਚ ਵੀ ਜਿੱਥੇ ਵੀ ਦੇਖੋਗੇ ਜਿਹੜੀਆਂ ਪੋਲੀਟੀਕਲ ਪਾਰਟੀਆਂ 'ਚ ਜਿਹੜੇ ਸਟੂਡੈਂਟ ਲੀਡਰ ਰਹੇ ਜਾਂ ਉਸ ਬੈਕਗਰਾਊਂਡ 'ਚੋਂ ਆ, ਉਹਨਾਂ ਦੀ ਕਿਤੇ ਨਾ ਕਿਤੇ ਉਹਨਾਂ ਨੂੰ ਥੋੜ੍ਹਾ ਜਿਹਾ ਐਜ ਆਮ ਲੋਕਾਂ ਤੋਂ ਰਹਿੰਦਾ ਹੈ। ਤਾਂ ਸੁਭਾਵਿਕ ਤੌਰ ਤੇ ਟ੍ਰੇਨਿੰਗ ਸਾਰੀ ਉਹ ਯੂਨੀਵਰਸਿਟੀ ਦੀ ਹੈ। ਬਿਲਕੁਲ, ਜਿਸ ਤਰੀਕੇ ਨਾਲ ਆਮ ਤੌਰ ਤੇ ਅਸੀਂ ਗੱਲਬਾਤ ਹੀ ਕਰਦੇ ਹਾਂ ਕਿ ਜਿੱਦਾਂ ਵੀ ਵਧੀਆ ਲੀਡਰਸ ਜੇ ਬਣਦੇ ਹੈਗੇ ਆ, ਪੋਜੀਸ਼ਨ ਦੀ ਗੱਲ ਨਹੀਂ ਕਰ ਰਹੀ ਪਰ ਲੀਡਰਸ਼ਿਪ ਕੁਆਲਿਟੀਜ਼ ਦੀ ਗੱਲ ਕਰ ਰਹੀ ਹਾਂ, ਤੇ ਜਿਨ੍ਹਾਂ ਦੀ ਬੈਕਗਰਾਊਂਡ ਜਿਹੜੀ ਹੈ ਸਟੂਡੈਂਟ ਪੋਲਿਟਿਕਸ ਤੋਂ ਹੁੰਦੀ ਹੈ, ਕਾਲਜਿਸ ਦੇ ਵਿੱਚ ਐਕਟਿਵ ਪਾਰਟਿਸਿਪੇਸ਼ਨ ਹੁੰਦੀ ਹੈ ਉਹਨਾਂ ਦੀ, ਆਪਣੇ ਛੋਟੇ ਛੋਟੇ ਮੁੱਦੇ ਹੁੰਦੇ ਆ, ਉਦੋਂ ਕਈ ਵਾਰੀ ਕੈਂਟੀਨ ਦੇ ਮੁੱਦੇ ਹੁੰਦੇ ਆ, ਕਈ ਵਾਰੀ ਫੀਸਾਂ ਦੇ ਮੁੱਦੇ ਹੁੰਦੇ ਆ, ਉੱਥੋਂ ਜਿਹੜੀਆਂ ਚੀਜ਼ਾਂ ਨੇ ਉੱਭਰਨੀਆਂ ਸ਼ੁਰੂ ਹੁੰਦੀਆਂ ਨੇ, ਤੇ ਡੈਫੀਨੇਟਲੀ ਉਹ ਚੰਗੇ ਬੁਲਾਰੇ ਵੀ ਬਣਦੇ ਆ ਤਾਂ ਕਿਤੇ ਨਾ ਕਿਤੇ ਜਾ ਕੇ ਚੰਗੀ ਲੀਡਰਸ਼ਿਪ ਕੁਆਲਿਟੀਜ਼ ਵੀ ਉਹਨਾਂ ਦੇ ਵਿੱਚ ਆਉਂਦੀਆਂ ਨੇ। ਪਰ ਜੇ ਅੱਜ ਦੀ ਗੱਲ ਕਰੀਏ ਤਾਂ ਜਿਹੜੇ ਲੀਡਰਸ਼ਿਪ ਕੁਆਲਿਟੀਜ਼ ਉਸ ਤਰੀਕੇ ਨਾਲ ਨਹੀਂ ਆ ਸਕਦੀਆਂ ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਚੋਣਾਂ ਦੀ ਪ੍ਰੋਬਲਮ ਹੁੰਦੀ ਹੈ ਜਾਂ ਕਈ ਵਾਰੀ ਜਿਹੜੀ ਹੈ ਉਹਨਾਂ ਨੂੰ ਅੱਗੇ ਉੱਭਰਨ ਨਹੀਂ ਦਿੱਤਾ ਜਾਂਦਾ। JNU ਦੇ ਵਿੱਚ ਕੀ ਹੋਇਆ ਸੀ ਤੁਸੀਂ ਜਾਣਦੇ ਹੋ, ਬਹੁਤ ਸਾਲ ਪਹਿਲਿਆਂ ਦੀ ਗੱਲਾਂ ਨੇ, ਤੇ ਕਿਵੇਂ ਵੇਖਦੇ ਹੋ ਸਾਰੀ ਚੀਜ਼ ਨੂੰ? ਦੇਖੋ, ਇੱਕ ਤੇ ਇਹ ਆ ਵੀ ਜਿਹੜਾ ਕੈਂਪਸ ਦੀ ਪੋਲਿਟਿਕਸ ਹੈ ਉਹਦੇ 'ਚ ਤੁਸੀਂ ਖੁੱਲ੍ਹੇ ਵਿਚਾਰ ਹੁੰਦੇ ਆ, ਤੁਹਾਡਾ ਥੋਟ ਪ੍ਰੋਸੈਸ ਉੱਥੇ, ਕਿਉਂਕਿ ਤੁਹਾਡਾ ਵਾਹ ਜਿਹੜਾ ਆ ਇੰਟੈਲੈਕਚੁਅਲਸ ਲੋਕਾਂ ਨਾਲ ਰਹਿੰਦਾ ਹੈ, ਤੁਹਾਡੀ ਟੀਚਰ ਸਾਹਿਬਾਨ, ਤੁਹਾਡੇ ਡੀਨ ਸਾਹਿਬਾਨ, ਤੁਹਾਡੇ ਸਾਥੀ ਆਰਗੇਨਾਈਜੇਸ਼ਨਾਂ 'ਚ ਤੁਹਾਨੂੰ ਸਿੱਖਣ ਨੂੰ ਬੜਾ ਮਿਲਦਾ ਹੈ। ਔਰ ਤੁਹਾਡਾ ਕੋਈ ਪੋਲੀਟੀਕਲ ਉਹਦੇ 'ਚ ਮੋਟਿਵ ਨਹੀਂ ਹੁੰਦਾ, ਤੁਹਾਡਾ ਬੜਾ ਸਿੱਧਾ ਏਜੰਡਾ ਹੁੰਦਾ ਵੀ ਮੈਨੂੰ ਅਗਰ ਕੋਈ ਸਟੂਡੈਂਟ ਆ ਗਿਆ ਹੋਸਟਲ ਦਾ ਮਸਲਾ ਉਹਦੇ ਲਈ ਲੜਨਾ, ਜੇ ਲਾਇਬ੍ਰੇਰੀ ਦਾ ਹੈ, ਕੋਈ ਰਿਸਰਚ ਦਾ ਇਸ਼ੂ ਹੈ, ਕੋਈ ਖਾਣੇ ਦਾ ਇਸ਼ੂ ਹੈ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕੋਈ ਕੰਟੀਨ ਦਾ ਹੈ, ਤੇ ਉਹ ਨਿਸਵਾਰਥ ਹੋ ਕੇ ਇਸ਼ੂਜ਼ ਨੂੰ ਟੇਕਅਪ ਕਰਨਾ, ਅਥਾਰਟੀ ਨਾਲ ਗੱਲਬਾਤ ਕਰਨੀ, ਔਰ ਨਾਲ ਹਿਸਟੋਰੀਕਲੀ ਪੋਲੀਟੀਕਲੀ ਉਸ ਇਸ਼ੂ ਦੀਆਂ ਰੈਲੇਵੈਂਸ ਕੀ ਹੈ ਔਰ ਦੇਸ਼ ਦੀ ਨੌਜਵਾਨੀ ਨੂੰ ਕਿੱਧਰ ਲੈ ਕੇ ਜਾਣਾ, ਕਿਉਂਕਿ ਅਲਟੀਮੇਟਲੀ ਸਾਡੇ ਕੈਂਪਸ ਨੇ ਹੀ ਦੇਸ਼ ਦਾ ਭਵਿੱਖ ਤਿਆਰ ਕਰਨਾ, ਨਾ ਸਿਰਫ ਰਾਜਨੀਤਿਕ ਖੇਤਰ 'ਚ, ਈਵਨ ਜਿਹੜੇ ਰਿਸਰਚ ਸਕਾਲਰ ਹੈ, ਸਾਡੇ ਜਿਹੜੇ ਸਾਇੰਟਿਸਟ ਹੈ, ਸਾਡੇ ਐਡਵੋਕੇਟਸ ਹੈ, ਸਾਡੇ ਜੱਜਸ ਹੈ, ਸਾਡੇ UPSC ਦੇ ਲੋਕ ਹੈ, ਨਿਕਲਦੇ ਤੇ ਕੈਂਪਸ 'ਚੋਂ ਆ। ਤਾਂ ਸੁਭਾਵਿਕ ਤੌਰ ਤੇ ਕੈਂਪਸ ਦਾ ਉਹਦੇ ਤੇ ਬੜਾ ਵੱਡਾ ਪ੍ਰਭਾਵ ਰਹਿੰਦਾ ਹੈ। ਅਨਫੋਰਚੂਨੇਟਲੀ ਜਿਹੜਾ ਸਟੂਡੈਂਟ ਪੋਲਿਟਿਕਸ ਦੇ ਇਲੈਕਸ਼ਨ ਬੰਦ ਹੋਏ ਆ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਦਾ ਨੁਕਸਾਨ ਵੀ ਜਿਹੜਾ ਆ, ਚਾਹੇ ਉਹ ਕੋਈ ਵੀ ਸੂਬਾ ਹੋਵੇ, ਉਹਨੂੰ ਹੁੰਦਾ ਹੈ ਇੱਕ ਨੈਚੁਰਲ ਲੀਡਰਸ਼ਿਪ ਘਟ ਜਾਂਦੀ ਆ। ਔਰ ਪਿਛਲੇ 25-30 ਸਾਲਾਂ 'ਚ ਪਰਿਵਾਰਿਕ ਮੋਨੋਪੋਲੀ ਵਾਲੀ ਪੋਲਿਟਿਕਸ ਦੀ ਟ੍ਰੈਂਡ ਬਹੁਤ ਜ਼ਿਆਦਾ ਰਿਹਾ। ਕਾਂਗਰਸ 'ਚੋਂ ਸ਼ੁਰੂ ਹੋਇਆ, ਬਾਦਲ ਸਾਹਿਬ ਦਾ ਤੁਸੀਂ ਜਾਣ ਹੀ ਰਹੇ ਹੋ ਕਿ ਪੀੜ੍ਹੀ ਦਰ ਪੀੜ੍ਹੀ ਜਿਹੜਾ ਉਹ ਪਰਿਵਾਰਾਂ ਦਾ ਹੀ ਰਾਜ ਰਹਿਣਾ, ਉਹਦੇ ਨਾਲ ਇੱਕ ਨੈਚੁਰਲ ਲੀਡਰਸ਼ਿਪ ਇਗਨੋਰ ਹੋਏ ਆ। ਕੁਛ ਇਲੈਕਸ਼ਨ ਸਟੂਡੈਂਟ ਪੋਲਿਟਿਕਸ ਦੇ ਇਲੈਕਸ਼ਨ ਬੰਦ ਕਰਤੇ, ਤੇ ਡੈਫੀਨੇਟਲੀ ਉਹਦਾ ਫਰਕ ਤੇ ਹੈਗਾ। ਮੈਨੂੰ ਲੱਗਦਾ ਹੈ ਵੀ ਕੈਂਪਸ 'ਚ ਜਿਸ ਤਰੀਕੇ ਨਾਲ ਓਪਨ ਮਾਈਂਡਡ ਖੁੱਲ੍ਹੇ ਵਿਚਾਰਾਂ ਨਾਲ ਲੀਡਰਸ਼ਿਪ ਡਿਵੈਲਪ ਹੁੰਦੀ ਆ, ਉਹਦਾ ਦੇਸ਼ ਨੂੰ ਔਰ ਸਟੇਟ ਨੂੰ ਵੀ ਫਾਇਦਾ ਹੋ ਸਕਦਾ ਹੈ। ਜਿਵੇਂ ਤੁਸੀਂ ਕਿਹਾ ਕਿ ਨੈਪੋਟਿਜ਼ਮ ਦੀ ਗੱਲ ਕੀਤੀ ਤੁਸੀਂ, ਕਿ ਪਰਿਵਾਰਵਾਦ ਵਾਲੀਆਂ ਜਿਹੜੀਆਂ ਪਾਰਟੀਆਂ ਨੇ, ਤੁਸੀਂ ਕਾਂਗਰਸ ਦੀ ਗੱਲ ਕੀਤੀ, ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ, ਪਰ ਤੁਸੀਂ BJP ਦਾ ਹਿੱਸਾ ਵੀ ਰਹੇ ਹੋ ਇੱਕ ਟਾਈਮ ਤੇ। ਤੁਹਾਨੂੰ ਲੱਗਦਾ ਵੀ ਇਹੋ ਜਿਹੀਆਂ ਪਾਰਟੀਆਂ ਜਾਂ ਫਿਰ ਆਮ ਆਦਮੀ ਪਾਰਟੀ ਦਾ ਤਾਂ ਪਤਾ ਹੀ ਹੈ ਕਿ ਇਹਦੇ ਵਿੱਚ ਜਿਹੜੇ ਲੋਕ ਨੇ ਉਹ ਸਾਰੇ ਆਮ ਘਰਾਂ ਤੋਂ ਆਏ ਨੇ, ਇਹ ਗੱਲ ਬਾਰ-ਬਾਰ ਅੱਗੇ ਵੀ ਰੱਖੀ ਜਾਂਦੀ ਹੈ, ਤੇ ਕੁਝ ਹਜੇ ਹੈਗੀ ਹੈ ਇਹਦੇ ਵਿੱਚ ਸੰਜੀਦਗੀ? ਦੇਖੋ, BJP 'ਚ ਨੋ ਡਾਊਟ ਉਸ ਹੱਦ ਤੱਕ ਤੇ ਨਹੀਂ ਹੈ ਪਰਿਵਾਰਵਾਦ ਜਿਸ ਹੱਦ ਤੱਕ ਬਾਕੀਆਂ ਪਾਰਟੀਆਂ 'ਚ, ਕਾਂਗਰਸ ਜਾਂ ਰੀਜਨਲ ਪਾਰਟੀਆਂ ਤੇ ਹੈ ਹੀ ਇੱਕ ਪਰਿਵਾਰਾਂ ਦੀਆਂ। ਖੈਰ, ਲੇਕਿਨ BJP ਨੂੰ ਤਾਂ ਮੈਂ ਤਾਂ ਹੀ ਛੱਡਿਆ ਸੀ ਕਿ BJP ਉਦੋਂ ਜਿਸ ਤਰ੍ਹਾਂ ਕਾਲੇ ਕਾਨੂੰਨ ਆਏ ਆ, ਸਭ ਤੋਂ ਪਹਿਲਾਂ ਰਿਜ਼ਾਈਨ ਹੀ ਮੈਂ ਕੀਤਾ ਸੀ ਕਿ BJP ਜਦੋਂ ਦੇ ਮੋਦੀ ਸਾਹਿਬ ਆਏ ਆ, ਖਾਸ ਜਿਹੜੀ ਪਾਰਟੀ ਵਿਦ ਡਿਫਰੈਂਸ ਹੁੰਦੀ ਸੀ ਅਟਲ ਜੀ ਦੇ ਟਾਈਮ ਜੀ, ਉਹ ਪਾਰਟੀ ਸਿਰਫ ਤੇ ਸਿਰਫ ਕਾਰਪੋਰੇਟਾਂ ਦੇ ਹਵਾਲੇ ਹੋ ਗਈ। ਔਰ ਪ੍ਰੋ ਕਾਰਪੋਰੇਟ ਪਾਲਿਸੀਜ਼ ਹੋਣ ਕਰਕੇ ਆਮ ਸਧਾਰਨ ਲੋਕਾਂ ਦਾ, ਚਾਹੇ ਉਹ ਮਜ਼ਦੂਰ ਕਲਾਸ ਹੈ, ਕਿਸਾਨੀ ਹੈ, ਉਹਦੇ ਵਾਸਤੇ ਉਹਨਾਂ ਦਾ ਕੋਈ ਧਿਆਨ ਨਹੀਂਗਾ। ਤੇ ਅੱਜ BJP ਵੀ ਉਸੇ ਨਕਸ਼ੇ ਤੇ ਚੱਲ ਪਈ ਹੈ ਜਿਹੜੇ ਨਕਸ਼ੇ ਤੇ ਲੰਬੇ ਸਮੇਂ ਤੱਕ ਕਾਂਗਰਸ ਰਹੀ ਹੈ। ਸੋ ਮੈਨੂੰ ਲੱਗਦਾ ਹੈ ਵੀ ਲੇਕਿਨ ਦੁਨੀਆ 'ਚ ਅਵੇਅਰਨੈਸ, ਜਾਗਰੂਕਤਾ ਬੜੀ ਆਈ ਹੈ। ਅਰਵਿੰਦ ਕੇਜਰੀਵਾਲ ਜੀ ਦੀ ਪੋਲਿਟਿਕਸ ਨੇ ਇੱਕ ਨਵੀਂ ਰੂਹ ਫੂਕੀ ਹੈ ਜਿਹਦੇ 'ਚ ਤਕਰੀਬਨ ਆਮ ਸਧਾਰਨ ਔਰ ਨੌਨ ਰੈਲੇਵੈਂਟ ਚਿਹਰਿਆਂ ਨੂੰ ਜਿਹੜਾ ਆ ਲੀਡਰ ਬਣਾਇਆ ਗਿਆ, ਚਾਹੇ ਉਹ ਦਿੱਲੀ ਦੀ ਗੱਲ ਕਰ ਲਓ, ਚਾਹੇ ਪੰਜਾਬ ਦੀ ਗੱਲ ਕਰ ਲਓ, ਜਿਨ੍ਹਾਂ ਦੀ ਕੋਈ ਰਾਜਨੀਤਿਕ ਬੈਕਗਰਾਊਂਡ ਨਹੀਂ ਸੀ, ਪਿਛੋਕੜ ਨਹੀਂ ਸੀ। ਔਰ ਅਰਵਿੰਦ ਜੀ ਨੇ ਉਹਨਾਂ ਲੋਕਾਂ ਨੂੰ ਅਹਿਮੀਅਤ ਦਿੱਤੀ, ਉਹਨਾਂ ਨਾਲ ਵੀ ਬੜੇ ਜੁੜੇ ਸੀ ਵੱਡੇ ਪਰਿਵਾਰਾਂ ਵਾਲੇ, ਲੇਕਿਨ ਉਹਨਾਂ ਨੇ ਅਹਿਮੀਅਤ, ਚਾਹੇ ਉਹ ਸੰਜੇ ਸਿੰਘ ਦੀ ਗੱਲ ਕਰ ਲਓ, ਰਾਘਵ ਜੀ ਦੀ ਗੱਲ ਕਰ ਲਓ, ਸੰਦੀਪ ਪਾਠਕ ਦੀ ਗੱਲ ਕਰ ਲਓ, ਜਿਹੜੇ ਵੀ ਨਾਲ ਦੇ ਲੀਡਰ ਹੈ, ਮਾਨ ਸਾਹਿਬ ਹੈ ਸਾਡੇ ਪੰਜਾਬ 'ਚ, ਬਾਕੀ ਸਾਡੀ ਪੂਰੀ ਕੈਬਨਿਟ ਈਵਨ ਸਾਡੇ ਤੇ। ਸੋ ਇਹਦੇ ਨਾਲ ਇੱਕ ਬੜੀ ਉਮੀਦ ਦੇਸ਼ 'ਚ ਜਾਗੀ ਹੈ ਕਿ ਜਿਹੜੀ ਅਰਵਿੰਦ ਕੇਜਰੀਵਾਲ ਜੀ ਦਾ ਮਾਡਲ ਆਫ ਗਵਰਨੈਂਸ ਹੈ ਜਾਂ ਰਾਜਨੀਤੀ ਦਾ ਜਿਹੜਾ ਮਾਡਲ ਹੈ, ਉਹਦੇ ਨਾਲ ਆਮ ਲੋਕਾਂ ਨੂੰ ਕਾਫੀ ਜਿਹੜਾ ਆ ਮੌਕਾ ਮਿਲ ਰਿਹਾ ਰਾਜਨੀਤੀ 'ਚ ਆਪਣਾ ਕੰਮ ਕਰਨ ਦਾ। ਤੁਸੀਂ ਗੱਲ ਜਿਸ ਤਰੀਕੇ ਨਾਲ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਜਾਂ ਫਿਰ ਆਮ ਆਦਮੀ ਪਾਰਟੀ ਜਿਹੜੀ ਹੈਗੀ ਉਹ ਚਿਹਰਾ ਮੋਹਰਾ ਬਦਲਣ ਆਈ ਹੈਗੀ ਹੈ, ਜੇ ਗੱਲ ਕਰੀਏ ਰਾਜਨੀਤੀ ਦਾ,
ਜੀ। ਪੋਲੀਟੀਕਲ ਫੇਸਿਸ ਨੂੰ ਜਿਹੜਾ ਸੀਗੇ ਉਹਨਾਂ ਨੂੰ ਚੇਂਜ ਵੀ ਕੀਤਾ ਤੇ ਆਈਡੀਓਲੋਜੀ ਨੂੰ ਵੀ ਚੇਂਜ ਕੀਤਾ ਹੈਗਾ। ਜਿਹਦੇ ਵਿੱਚ ਹੀ ਆਪਾਂ ਦੇਖ ਲਈਏ ਤੇ ਗੱਲ ਕਰੀਏ ਤਾਂ ਫਿਰ ਵੀ ਜਿਹੜੇ ਵਿਰੋਧੀ ਨੇ ਜੀ ਉਹ ਸੈਟੀਸਫਾਈਡ ਨਹੀਂ ਹੁੰਦੇ, ਉਹ ਹਜੇ ਵੀ ਕੋਈ ਨਾ ਕੋਈ ਜਿੱਦਾਂ ਟਸਲਸ ਡੈਫੀਨਿਟਲੀ ਵਿਰੋਧੀਆਂ ਦਾ ਕੰਮ ਹੁੰਦਾ ਹੈ, ਇਹ ਤੁਸੀਂ ਕਈ ਵਾਰ ਕਹਿ ਵੀ ਚੁੱਕੇ ਹੋ। ਪਰ ਫਿਰ ਵੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਬਿਹਤਰ ਸਿਸਟਮ ਦੇ ਰਹੇ ਹਾਂ, ਵਿਰੋਧੀ ਕਹਿ ਰਹੇ ਨੇ ਕਿ ਬਹੁਤ ਸਾਰੀਆਂ ਕਮੀਆਂ ਨੇ। ਦੇਖੋ, ਅਰਵਿੰਦ ਕੇਜਰੀਵਾਲ ਜੀ ਨੇ ਦੋ ਮੈਨੂੰ ਲੱਗਦਾ ਏਜੰਡੇ ਸੈੱਟ ਕੀਤੇ ਆ ਦੇਸ਼ ਦੀ ਪੋਲਿਟਿਕਸ। ਇੱਕ ਤੇ ਉਹਨਾਂ ਨੇ ਅੱਜ 75 ਸਾਲ ਬਾਅਦ ਵੀ ਬਿਜਲੀ, ਰੋਜ਼ਗਾਰ, ਹੈਲਥ ਔਰ ਐਜੂਕੇਸ਼ਨ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਕਿਸੇ ਵੀ ਪਰਿਵਾਰ ਦੀਆਂ, ਪੋਲੀਟੀਕਲ ਪਾਰਟੀਆਂ ਦਾ ਏਜੰਡਾ ਉੱਥੇ ਲਿਆ ਕੇ ਸੈੱਟ ਕਰਤਾ ਦੇਸ਼। ਹੁਣ ਦੇਸ਼ 'ਚ ਹਰ ਥਾਂ ਮਨੋਹਰ ਲਾਲ ਖੱਟੜ ਜੀ ਵੀ ਪੇਰੈਂਟ ਮੀਟਿੰਗ ਕਰ ਰਹੇ ਆ, ਉਧਰ ਮੋਦੀ ਸਾਹਿਬ ਸਕੂਲਾਂ ਦੇ ਗੇੜੇ ਮਾਰੀ ਜਾਂਦੇ ਆ, ਉਧਰ ਜਿਹੜੇ ਅਮਿਤ ਸ਼ਾਹ ਜੀ ਤੋਂ ਆਪਾਂ ਸੋਚ ਵੀ ਨਹੀਂ ਸਕਦੇ ਕਿਤੇ ਸਕੂਲ 'ਚ ਜਾਣਗੇ, ਉਹ ਵੀ ਜਾਂਦੇ ਆ। ਸੋ ਇੱਕ ਤੇ ਉਹਨਾਂ ਨੇ ਜਿਹੜਾ ਰਾਜਨੀਤੀ ਦਾ ਏਜੰਡਾ ਆਮ ਲੋਕਾਂ ਨਾਲ ਰਿਲੇਟਡ ਹੋਣਾ ਚਾਹੀਦਾ, ਅਰਵਿੰਦ ਕੇਜਰੀਵਾਲ ਜੀ ਨੇ ਉਹ ਏਜੰਡਾ ਸੈੱਟ ਕਰਤਾ ਕਿ ਐਜੂਕੇਸ਼ਨ ਤੇ ਡਿਬੇਟ ਕਰੋ। ਮਨੀਸ਼ ਸਿਸੋਦੀਆ ਜੀ ਇਸ ਟਾਈਮ ਦੇਸ਼ ਦੇ ਸਭ ਤੋਂ ਵਧੀਆ ਐਜੂਕੇਸ਼ਨ ਮਿਨਿਸਟਰ ਦੇ ਨਾਤੇ ਕੰਮ ਕਰ। ਦੂਜਾ, ਉਹਨਾਂ ਨੇ ਉਹਨਾਂ ਲੋਕਾਂ ਨੂੰ ਚਿਹਰੇ ਬਣਾਤਾ ਜਿਨ੍ਹਾਂ ਨੇ ਕਦੀ ਜ਼ਿੰਦਗੀ 'ਚ ਪਿੰਡ ਦਾ ਸਰਪੰਚ ਬਣਨ ਬਾਰੇ ਵੀ ਨਹੀਂ ਸੋਚਿਆ ਸੀ। ਇਹ ਬਹੁਤ ਬੜੀ ਵੱਡੀ ਤਬਦੀਲੀ ਹੈ। ਅਦਰਵਾਈਜ਼ ਤੇ ਉਹੀ ਦਾਦੇ ਪੜਦਾਦੇ, ਉਹੀ ਪੋਤਰੇ ਦੋਤਰੇ, ਇੱਕ ਪਰਿਵਾਰ ਲਗਾਤਾਰ ਉਹ ਆ ਜਾਂਦੇ, ਵਾਰੀਆਂ ਬੰਨੀਆਂ ਹੋਈਆਂ ਸੀ। ਔਰ ਨਾ ਸਿਰਫ ਪੰਜਾਬ 'ਚ, ਮੈਂ ਸਾਰੇ ਦੇਸ਼ ਦੀ ਗੱਲ ਕਰਦਾ। ਸੋ ਇੱਕ ਉਹਨਾਂ ਨੇ ਜਿਹੜੇ ਨਾਨ ਰੈਲੇਵੈਂਟ ਚਿਹਰਿਆਂ ਨੂੰ ਮੇਨ ਸਟ੍ਰੀਮ ਪੋਲਿਟਿਕਸ ਆ ਕੇ ਰੈਲੇਵੈਂਟ ਬਣਾਤਾ। ਇਹ ਬਹੁਤ ਇਤਿਹਾਸਿਕ ਮਤਲਬ ਬਦਲਾਵ ਹੈ। ਔਰ ਮੈਨੂੰ ਲੱਗਦਾ ਇਹਦੇ ਕਰਕੇ ਹੀ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਪੋਲਿਟਿਕਸ ਹੈ ਉਹ ਬਾਕੀ ਪਾਰਟੀਆਂ ਤੋਂ ਡਿਫਰੈਂਟ ਹੈ। ਤੁਸੀਂ ਨੌਜਵਾਨੀ ਦੀ ਵੀ ਗੱਲ ਕੀਤੀ ਹੈ। ਨੌਜਵਾਨਾਂ ਦੀ ਜੇ ਗੱਲ ਕਰੀਏ, ਡੈਫੀਨੇਟਲੀ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਪੰਜਾਬ ਦੀ ਜੇ ਹੁਣ ਗੱਲ ਕਰ ਲਈਏ, ਉਹਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ, ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਨੇ, ਅਪਾਇੰਟਮੈਂਟ ਲੈਟਰਸ ਵੀ ਸਮੇਂ ਤੇ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ। ਪਰ ਫਿਰ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਹਜੇ ਸਪੇਸ ਬਾਕੀ ਹੈਗੀ ਹੈ, ਕਿਉਂਕਿ ਬੇਰੁਜ਼ਗਾਰੀ ਬਹੁਤ ਹੱਦ ਤੱਕ ਹੈਗੀ ਹੈ। ਕੱਲੀਆਂ ਨੌਕਰੀਆਂ ਕੁਛ ਚੰਕ ਨੂੰ ਦੇਣ ਦੇ ਬਜਾਏ ਉਸ ਦੇ ਬਾਅਦ ਜਿਹੜੀਆਂ ਇੰਡਸਟਰੀ ਦੀ ਗੱਲ ਹੋ ਰਹੀ ਸੀਗੀ ਜਾਂ ਰੋਜ਼ਗਾਰ ਦੇ ਹੋਰ ਜਿਹੜੇ ਮਤਲਬ ਵਸੀਲੇ ਸੀਗੇ ਉਹਨਾਂ ਦੀ ਗੱਲਬਾਤ ਹੋ ਰਹੀ ਸੀ, ਉਹ ਗੱਲ ਕਿੱਥੇ ਤੱਕ ਆਮ ਆਦਮੀ ਪਾਰਟੀ ਦੀ ਪਹੁੰਚੀ ਹੈ? ਬੇਸਿਕਲੀ ਕੀ ਹੋਇਆ, ਲੰਮੇ ਸਮੇਂ ਤੱਕ ਪਰਿਵਾਰਾਂ ਦੀਆਂ ਰਾਜਨੀਤੀ ਔਰ ਸੱਤਾ ਤੇ ਗ੍ਰਿਪ ਬਣੇ ਹੋਣ ਦੇ ਬਾਵਜੂਦ ਇੱਕ ਨੈਕਸਸ ਡਿਵੈਲਪ ਹੋ ਗਿਆ। ਪੋਲੀਟੀਕਲ ਔਰ ਬਿਊਰੋਕ੍ਰੇਸੀ ਵੀ ਰਲ ਗਈ, ਪੁਲਿਸ ਵੀ ਰਲ ਗਈ। ਜਿਨ੍ਹਾਂ ਨੇ ਸੋਚ ਲਿਆ, ਚਾਹੇ ਉਹ ਸਰਮਾਏ ਆ, ਚਾਹੇ ਇੰਡਸਟਰੀ ਆ, ਚਾਹੇ ਰੋਜ਼ਗਾਰ ਹੈ, ਉਹਨਾਂ ਤੇ ਕਬਜ਼ਾ ਉਹਨਾਂ ਨੇ। ਜੇ ਅਫਸਰ ਲੱਗਣਾ ਤਾਂ ਵੀ ਪਾਰਟੀਕੂਲਰ ਫੈਮਿਲੀ ਤੁਸੀਂ ਦੇਖ ਲਓ, ਸਾਰਾ ਇਹਨਾਂ ਦਾ ਕਢਾ ਕੇ ਦੇਖ ਲਓ, ਪੀੜ੍ਹੀ ਦਰ ਪੀੜ੍ਹੀ ਹੀ ਉਹੀ ਚੱਲੀ ਜਾਂਦੇ ਆ। ਤੇ ਜੇ ਕਾਰੋਬਾਰ ਉਹ ਵੀ ਕੁਝ ਲਿਮਿਟਿਡ ਹੱਥਾਂ ਚਲੇ ਗਿਆ। ਤੇ ਔਰ ਇਹਦਾ ਪ੍ਰਭਾਵ ਇਹ ਹੋ ਗਈ, ਆਮ ਜਨਮਾਨਸ ਜਿਹੜਾ ਆ ਉਦਾਸੀਨ ਹੋਇਆ। ਇਸ ਕਰਕੇ ਸਾਨੂੰ ਹੁਣ ਬੜਾ ਚੈਲੰਜ ਆ ਰਿਹਾ। ਪੰਜਾਬ ਦੀ ਤੇ ਗੱਲ ਹੀ ਛੱਡ ਦਿਓ, ਪੰਜਾਬ ਤੇ ਟਰਾਂਸਪੋਰਟ ਵੀ ਕੁਛ ਹੱਥਾਂ 'ਚ, ਐਕਸਾਈਜ਼ ਵੀ ਕੁਛ ਹੱਥਾਂ 'ਚ, ਮਾਈਨਿੰਗ ਰੇਤਾ ਉਹ ਵੀ ਕੁਛ ਹੱਥਾਂ 'ਚ ਸੀਮਿਤ ਸੀਗੀ, ਤੇ ਖੇਤੀ ਤੇ ਸੀਗੀ ਕੁਛ ਪਰਿਵਾਰਾਂ ਦੇ ਹੱਥ 'ਚ। ਬਾਕੀ ਤਾਂ 2-2 3-3 ਕਿੱਲਿਆਂ ਵਾਲੀ ਆ, 5-10 ਮੈਨੂੰ ਲੱਗਦਾ 2-3% ਹੀ ਹੋਣਗੇ ਜਿਹੜੇ ਹਜ਼ਾਰਾਂ ਏਕੜ ਵਾਲੇ ਆ, ਉਹਨਾਂ ਦੇ ਹੱਥ 'ਚ ਖੇਤੀ ਦੇ ਵੱਡੇ ਜਿਹੜੇ ਫਾਰਮ ਹਾਊਸ। ਸੋ ਇਸ ਕਰਕੇ ਚੈਲੰਜਸ ਹੈਗੇ ਆ। ਲੇਕਿਨ ਮਾਨ ਸਾਹਿਬ ਦੀ ਇੱਕ ਗੱਲ ਬੜੀ ਮਤਲਬ ਗਰੰਟੀ ਲੈ ਸਕਦੇ ਹੋ ਤੁਸੀਂ। ਇੱਕ ਤੇ ਉਹਨਾਂ ਨੇ ਕਿਸੇ ਨੂੰ ਫੇਵਰ ਨਹੀਂ ਕਰਨਾ, ਇੱਕ ਉਹਨਾਂ ਨੇ ਕਿਤੇ ਹਿੱਸੇਦਾਰੀ ਨਹੀਂ ਰੱਖਣੀ, ਕਿਤੇ ਉਹਨਾਂ ਨੇ ਹਿੱਸਾ ਨਹੀਂ ਬਣਾਉਣਾ। ਉਹਨਾਂ ਦਾ ਮਕਸਦ ਵੀ ਇਹ ਆ ਵੀ ਪੰਜਾਬ ਨੂੰ ਮੁੜ ਲੀਹਾਂ ਤੇ ਖੜਾ ਕਰੀਏ। ਪੰਜਾਬ ਦੀ ਨੌਜਵਾਨੀ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਵੈਲਥ ਡਰੇਨ ਨਹੀਂ ਹੋ ਰਿਹਾ ਪੰਜਾਬ ਦਾ, ਬ੍ਰੇਨ ਡਰੇਨ ਵੀ ਹੋਇਆ, ਉਸ ਨੂੰ ਰੋਕਣ ਵਾਲੇ ਪਾਸੇ ਚਾਹੇ ਉਹ ਰੋਜ਼ਗਾਰ ਦੀ ਗੱਲ ਕੀਤੀ ਉਹਨਾਂ ਨੇ, ਐਗਰੀਕਲਚਰ 'ਚ ਰਿਫਾਰਮਸ ਕੀਤੇ ਆ। ਆਉਣ ਵਾਲੇ ਟਾਈਮ 'ਚ ਅਸੀਂ ਇਨਵੈਸਟਮੈਂਟ ਮੀਟ ਕਰਨ ਜਾ ਰਹੇ 23-24 ਫਰਵਰੀ ਨੂੰ, ਪੰਜਾਬ 'ਚ ਇੰਡਸਟਰੀ ਵੀ ਲੱਗੇ। ਸੋ ਸਾਰੇ ਹੀਲੇ ਵਸੀਲੇ, ਈਵਨ ਜਿਹੜੀਆਂ ਸਰਕਾਰੀ ਜ਼ਮੀਨਾਂ ਦੱਬੀਆਂ ਸੀ ਉਹਨਾਂ ਨੂੰ ਵੀ ਛਡਵਾਉਣ ਦਾ ਜਿਹੜਾ ਕੰਮ ਹੈ ਉਹ ਮਾਨ ਸਾਹਿਬ ਦੀ ਸਰਕਾਰ ਨੇ ਕੀਤਾ। ਅਦਰਵਾਈਜ਼ ਤੇ ਲੋਕ ਕਹਿੰਦੇ ਸੀ ਤੂੰ ਐਮਐਲਏ ਬਣ, ਆਪਾਂ ਫਲਾਨਾ ਪਲਾਟ ਦੱਬਣਾ, ਫਲਾਨੀ ਜ਼ਮੀਨ ਦੱਬਣਾ, ਇਹ ਤੇ ਵਿਉਂਤਬੰਦੀਆਂ ਬਣਦੀਆਂ ਸੀ। ਇਹ ਉਲਟਾ ਪੈ ਗਿਆ ਹੁਣ। ਤੋਂ ਸਰਕਾਰ ਹਰੇਕ ਹੀਲਾ ਵਸੀਲਾ ਕਰ ਰਹੀ ਆ ਕਿ ਪੰਜਾਬ ਨੂੰ ਮੁੜ ਲੀਹਾਂ ਤੇ ਲਿਆਈਏ। ਹਾਂ, ਚੈਲੰਜ ਤੁਹਾਡੀ ਗੱਲ ਠੀਕ ਹੈ, ਚੈਲੰਜ ਹੈਗੇ ਆ, ਲੇਕਿਨ ਜਦੋਂ ਨੀਅਤ ਸਾਫ਼ ਹੋਵੇ, ਇਰਾਦੇ ਪੱਕੇ ਹੋਣ ਤੇ ਪਰਮਾਤਮਾ ਵੀ ਸਾਥ ਦਿੰਦਾ ਹੈ। ਲੇਟੈਸਟ ਜਿਹੜੀ ਇੱਕ ਕੰਟਰੋਵਰਸੀ ਬਣਦੀ ਚਲੀ ਜਾ ਰਹੀ ਹੈ, ਖਾਸ ਕਰਕੇ ਜੇ ਮੁੱਖ ਮੰਤਰੀ ਦੇ ਬਿਆਨ ਦੀ ਗੱਲ ਕਰੀਏ ਤੇ ਗੋਲਕ ਨੂੰ ਲੈ ਕੇ ਜਿਹੜਾ ਉਹਨਾਂ ਦਾ ਬਿਆਨ ਆਇਆ ਤੇ ਉਸ ਨੂੰ ਲੈ ਕੇ ਵਿਰੋਧੀ ਧਿਰਾਂ ਜਿਹੜੀਆਂ ਨੇ, ਖਾਸ ਕਰਕੇ ਅਕਾਲੀ ਦਲ ਦੀ ਗੱਲ ਕਰੀਏ, ਸੁਖਬੀਰ ਬਾਦਲ ਦੀ ਗੱਲ ਕਰੀਏ, ਉਹਨਾਂ ਨੇ ਕਾਊਂਟਰ ਜਿਹੜਾ ਇਸ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੀ ਕਹੋਗੇ ਇਹਦੇ ਬਾਰੇ? ਦੇਖੋ, ਖਾਮ ਇੱਕ ਐਸੇ ਨਾਨ ਰੈਲੇਵੈਂਟ ਇਸ਼ੂ ਨੂੰ ਤੋਲ ਦਿੱਤੀ ਜਾ ਰਹੀ ਹੈ ਕਿਉਂਕਿ ਇਹਦੇ ਪਿੱਛੇ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਲੱਗ ਰਿਹਾ ਸ਼ਾਇਦ ਇਸੇ ਬਹਾਨੇ ਪੰਥ ਮੇਰੇ ਨਾਲ ਜੁੜ ਜੂਗਾ, ਪਰ ਜੁੜਨਾ ਨਹੀਂ। ਗੱਲ ਕੀ ਆ,
नो डाउट SGPC ਸਿੱਖਾਂ ਦੀ ਬਹੁਤ ਸਿਰਮੌਰ ਸਤਿਕਾਰਿਤ ਜਥੇਬੰਦੀ ਔਰ ਬੜੀਆਂ ਕੁਰਬਾਨੀਆਂ ਨਾਲ ਇਹ ਜਥੇਬੰਦੀ ਬਣੀ ਆ। ਲੇਕਿਨ ਪਿਛਲੇ 15-20 ਸਾਲ 'ਚ ਇਹਦੇ ਪ੍ਰਬੰਧ ਨੂੰ ਲੈ ਕੇ ਬਹੁਤ ਸਾਰੇ ਸਵਾਲ ਵੀ ਖੜੇ ਹੋਏ ਆ। ਸਵਾਲ ਇਹ ਖੜੇ ਹੋਏ ਆ ਵੀ ਪਾਰਟਿਕੂਲਰ ਪਰਿਵਾਰ ਦੀ ਜੇਬ 'ਚੋਂ ਜਿਹੜਾ ਪ੍ਰਧਾਨ ਬਣਦਾ ਹੈ, ਫਲਾਣੇ ਪਰਿਵਾਰ ਦੀਆਂ ਪੋਲੀਟੀਕਲ ਰੈਲੀਆਂ 'ਚ SGPC ਦਾ ਪੈਸਾ ਖਰਚ ਹੁੰਦਾ ਜਾਂਦਾ। ਹਰਿਆਣੇ ਦੇ ਸਿੱਖਾਂ ਨੇ ਤੇ ਓਪਨਲੀ ਕਹਿ ਦਿੱਤਾ ਕਿ ਸਾਨੂੰ ਤੇ ਕਮੇਟੀ ਅਲੱਗ ਬਣਾਈ ਜਾਵੇ ਸਾਡੀ, ਕਿਉਂਕਿ ਅੰਮ੍ਰਿਤਸਰ ਤੋਂ ਆ ਕੇ ਕਮੇਟੀ ਸਾਡੀਆਂ ਸਾਰੀਆਂ ਗੋਲਕਾਂ ਦਾ ਪੈਸਾ ਵੀ ਲੈ ਜਾਂਦੀ ਹੈ, ਸਾਡੇ ਨੌਕਰੀਆਂ ਵੀ ਮੁੰਡਿਆਂ ਨੂੰ ਨਹੀਂ ਦਿੰਦੀ। ਔਰ ਇਹਨਾਂ ਦੇ ਕੁਝ ਲੀਡਰ ਜਿਹੜੇ ਆ ਉਹ ਉੱਥੇ ਕਈ ਤਰ੍ਹਾਂ ਦੇ ਜਿਹਨੂੰ ਕਹਿ ਸਕਦੇ ਹੋ ਜਿਨ੍ਹਾਂ ਤੇ ਸਵਾਲ ਖੜੇ ਹੁੰਦੇ ਆ, ਜੇ ਕੰਮ ਕਰਦੇ ਆ। ਇਹ ਤੇ ਓਪਨ ਹੈ। ਰਜਿੰਦਰ ਕੌਰ ਭੱਠਲ ਨੇ 2008 ਚ ਕਿਹਾ ਸੀ ਕਿ ਗੋਲਕਾਂ SGPC ਦਾ ਮਿਸਯੂਜ਼ ਦਾ, ਕੈਪਟਨ ਅਮਰਿੰਦਰ ਨੇ ਕਿਹਾ ਸੀ। ਲੇਕਿਨ ਹੁਣ ਸੁਖਬੀਰ ਸਿੰਘ ਬਾਦਲ ਨੂੰ ਮਾਨ ਸਾਹਿਬ ਦੇ ਬਿਆਨ ਤੇ ਇਤਰਾਜ਼ ਇਸ ਕਰਕੇ ਆ ਕਿ ਇਹਨਾਂ ਨੂੰ ਲੱਗਦਾ ਹੈ ਵੀ ਸ਼ਾਇਦ ਇਸ ਬਿਆਨ ਨਾਲ ਹੀ ਅਸੀਂ ਰਿਵਾਈਵ ਹੋ ਜਾਾਂਗੇ। ਲੇਕਿਨ ਮਾਨ ਸਾਹਿਬ ਦੀ ਮਨਸ਼ਾ ਕੋਈ ਉਹ ਨਹੀਂ ਸੀ SGPC ਨੂੰ ਡੀਫੇਮ ਕਰਨ ਦੀ। ਮਾਨ ਸਾਹਿਬ ਦਾ ਤੇ ਜਿਹੜੀ ਆਮ ਸਧਾਰਨ ਲੋਕਾਂ 'ਚ ਇੱਕ ਪਰਸੈਪਸ਼ਨ ਬਣ ਗਈ ਆ, ਐਡੀ ਪਵਿੱਤਰ ਜਥੇਬੰਦੀ ਦੇ ਪ੍ਰਤੀ ਜਿਹੜਾ ਲੋਕਾਂ ਦੇ ਮਨਾਂ 'ਚ ਇੰਨਾ ਗੁੱਸਾ ਆ, ਕਿਉਂਕਿ ਇੱਕ ਪਰਿਵਾਰ ਨੇ ਉਹਦਾ ਮਿਸਯੂਜ਼ ਕੀਤਾ, ਉਹਦੇ ਪ੍ਰਬੰਧ ਦਾ ਮਿਸਯੂਜ਼ ਕੀਤਾ। ਉਹ ਇੱਕ ਗੱਲ ਨਿਕਲ ਕੇ ਉਹਨਾਂ ਦੇ ਮੂੰਹ 'ਚੋਂ ਆਈ ਆ। ਮੈਨੂੰ ਨਹੀਂ ਲੱਗਦਾ ਇਸ ਗੱਲ ਨੂੰ ਪੰਜਾਬ ਦੇ ਲੋਕ ਬਹੁਤ ਸੀਰੀਅਸ ਲੈਣ। ਪਰ ਜਿਸ ਤਰੀਕੇ ਦੇ ਨਾਲ ਉਹ ਕਾਊਂਟਰ ਕਰ ਰਹੇ ਆ, ਉਹਦੇ ਵਿੱਚ ਫਲਸਫੇ ਨੂੰ ਵੀ ਅੱਗੇ ਰੱਖਿਆ ਗਿਆ ਕਿ ਸਿੱਖੀ ਫਲਸਫੇ ਦੀ ਜੇ ਆਪਾਂ ਗੱਲ ਕਰੀਏ ਤਾਂ ਗੋਲਕਾਂ ਦੇ ਵਿੱਚ ਜਦੋਂ ਕੋਈ ਧਨ ਜਾਂ ਰਾਸ਼ੀ ਜਾਂ ਕੋਈ ਵੀ ਜਿਹੜਾ ਵੀ ਉਹ ਇੱਕ ਆਪਣਾ ਪੇਸ਼ ਕਰਦੇ ਨਜ਼ਰਾਨਾ, ਉਸੇ ਦੇ ਨਾਲ ਜਿਹੜਾ ਹੈਗਾ ਅੱਗੇ ਲੰਗਰ ਚੱਲਦੇ ਹੈਗੇ ਨੇ। ਡਿਫਰੈਂਟ ਤਰੀਕੇ ਦੇ ਲੰਗਰ ਨੇ, ਸਿਰਫ ਰੋਟੀ ਪਾਣੀ ਦਾ ਲੰਗਰ ਹੀ ਨਹੀਂ ਹੈ, ਆਪਰੇਸ਼ਨਸ ਨੇ, ਹੋਰ ਕਈ ਤਰ੍ਹਾਂ ਦੇ ਵੱਡੇ ਲੰਗਰ ਵੀ ਲਾਏ ਜਾਂਦੇ ਨੇ। ਤੇ ਉਹਨਾਂ ਨੇ ਆਪਣੇ ਵੱਲੋਂ ਇਹ ਚੀਜ਼ ਵੀ ਰੱਖੀ ਅੱਗੇ। ਨਹੀਂ ਅਸੀਂ ਕਦੋਂ ਮੰਨਦੇ ਨਹੀਂ ਆ ਵੀ ਨਹੀਂ ਹੈ, ਲੇਕਿਨ ਜਿਹੜਾ SGPC ਦੇ ਪ੍ਰਬੰਧ ਤੇ ਪਿਛਲੇ 10-15 ਸਾਲਾਂ 'ਚ ਸਵਾਲ ਖੜੇ ਹੋ ਰਿਹਾ, ਜਿਸ ਤਰੀਕੇ ਨਾਲ ਪਾਰਟਿਕੂਲਰ ਪਰਿਵਾਰ ਦੀਆਂ ਜੇਬਾਂ 'ਚੋਂ ਪ੍ਰਧਾਨਾਂ ਦੀ ਪਰਚੀ, ਤੇ ਬੀਬੀ ਜਗੀਰ ਕੌਰ ਵੀ ਕਹਿ ਰਹੀ ਹੈ ਵੀ ਆਪਣੇ ਬੰਦਿਆਂ ਨੂੰ ਨੌਕਰੀਆਂ ਦਿੰਦੇ ਆ, ਆਪਣੇ ਖੁਦ ਦੇ ਰਾਜਨੀਤੀ ਵਾਸਤੇ ਗੁਰਦੁਆਰੇ ਗੁਰੂ ਘਰਾਂ ਦਾ ਪੈਸਾ ਜਿੱਥੇ ਲੋਕ ਦਸਵੰਧ ਦੇ ਤੌਰ ਤੇ ਜਿਹੜਾ ਗੁਰੂ ਸਾਹਿਬ ਦਾ ਫਲਸਫਾ ਉਹਦੇ ਨਾਤੇ ਦਾਨ ਕਰਕੇ ਜਾਂਦੇ ਆ ਜਾਂ ਆਪਣਾ ਕੰਟਰੀਬਿਊਸ਼ਨ ਕਰਦੇ ਆ। ਲੇਕਿਨ ਇਹਦੇ ਲਈ ਜ਼ਿੰਮੇਵਾਰ ਤੇ ਇਹ ਲੋਕ ਆ ਜਿਨ੍ਹਾਂ ਨੇ ਇਸ ਪਵਿੱਤਰ ਸੰਸਥਾ ਦੇ ਪ੍ਰਬੰਧ ਨੂੰ ਇਸ ਹੱਦ ਤੱਕ ਬਦਨਾਮ ਕਰਤਾ। ਕਿਉਂ ਸਵਾਲ ਖੜੇ ਹੋ ਰਹੇ? ਕਿਉਂ ਅੱਜ ਬੀਬੀ ਜਗੀਰ ਕੌਰ ਇਹਨਾਂ ਤੋਂ ਅੱਡ ਹੋਈ? ਕਿਉਂ ਸੁਖਦੇਵ ਸਿੰਘ ਭੌਰ ਵਰਗੇ ਲੀਡਰ ਜਿਹੜੇ ਇੰਨਾ ਚਿਰ ਟੌੜਾ ਸਾਹਿਬ ਨਾਲ ਰਹੇ, ਜਿਹੜੇ ਇਮਾਨਦਾਰ ਲੋਕ ਲੀਡਰ ਮੰਨੇ ਜਾਂਦੇ ਆ, ਉਹ ਲੋਕ ਕਿਉਂ ਇਹਨਾਂ ਤੇ ਸਵਾਲ ਖੜੇ ਕਰਦੇ ਰਹੇ? ਕਿਉਂ ਸਾਡੇ ਮਰਹੂਮ ਸੇਖਵਾ ਸਾਹਿਬ ਇੰਨੇ ਪੁਰਾਣੇ ਅਕਾਲੀ ਲੀਡਰ ਸੀਗੇ, ਕਿਉਂ ਸਵਾਲ ਖੜੇ ਕਰਕੇ ਗਏ? ਉਹਨਾਂ ਤੇ ਨਿੱਜੀ ਤੌਰ ਤੇ ਕੋਈ ਦਾਗ ਨਹੀਂ ਸੀ, ਕਿਉਂਕਿ ਇਹਨਾਂ ਨੇ ਜਿਹੜਾ SGPC ਦਾ ਪ੍ਰਬੰਧ ਵੀ ਉਹ ਲੰਗਾ ਵਰਗੇ ਲੋਕਾਂ ਨੂੰ, ਜਿਨ੍ਹਾਂ ਦੀ ਕਰਤੂਤਾਂ ਸਾਹਮਣੇ ਆਈਆਂ, ਉਹਨਾਂ ਨੂੰ ਤਾਂ ਧਰਮ ਪ੍ਰਚਾਰ ਕਮੇਟੀਆਂ ਦੇ ਮੈਂਬਰ ਲਾਤਾ ਸੀ। ਤੇ ਸੁਭਾਵਿਕ ਤੌਰ ਤੇ ਇੱਕ ਪ੍ਰਬੰਧ ਦੇ ਸਿਸਟਮ ਨੂੰ ਲੈ ਕੇ ਲੋਕਾਂ ਦਾ ਸਵਾਲ ਹੈ। ਕੋਈ SGPC ਨੂੰ ਜਾਂ ਸਿੱਖ ਭਾਵਨਾ ਤੇ ਕਿਸੇ ਦਾ ਸਵਾਲ ਨਹੀਂ। ਜੀ ਜਿੱਥੇ ਕੰਟਰੋਵਰਸੀ ਚੱਲ ਰਹੀ ਹੈ, ਉੱਥੇ ਇੱਕ ਜਿਹੜੀ ਸਭ ਤੋਂ ਵੱਡੀ ਇੰਨੇ ਦਹਾਕਿਆਂ ਤੋਂ ਇੱਕ ਇਸ਼ੂ SYL ਦਾ ਚੱਲਿਆ ਆ ਰਿਹਾ ਸੀ, ਉਸ ਨੂੰ ਲੈ ਕੇ ਜਿਹੜਾ ਮੁੱਖ ਮੰਤਰੀ ਮਾਨ ਨੇ ਲਿੱਤਾ ਇੱਕ ਸਟੈਂਡ ਲਿੱਤਾ ਹੈਗਾ। ਉਹਨਾਂ ਨੇ ਕਿਹਾ ਕਿ SYL ਨੂੰ YSL ਯਮੁਨਾ ਸਤਲੁਜ ਲਿੰਕ ਦੇ ਵਿੱਚ ਮਤਲਬ ਉਸ ਪਾਸੇ ਨੂੰ ਤੁਰਿਆ ਜਾਵੇ। ਇੱਕ ਬਹੁਤ ਚੰਗੀ ਗੱਲ ਹੈਗੀ, ਪੰਜਾਬ ਦੇ ਲਈ ਸ਼ਲਾਘਾ ਵੀ ਹੋ ਰਹੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਤੇ ਇਹ ਵਾਕਈ ਇੱਕ ਬਹੁਤ ਹੀ ਜਿਹਨੂੰ ਕਹਿ ਸਕਦੇ ਹਾਂ ਕਿ ਟਰਨਿੰਗ ਪੁਆਇੰਟ ਵੀ ਹੈਗਾ ਤੇ ਬੜਾ ਖੜਵਾ ਉਹਨਾਂ ਨੇ ਇੱਕ ਤਰ੍ਹਾਂ ਦਾ ਸਟੈਂਡ ਲਿਆ, ਦ੍ਰਿੜਤਾ ਵਾਲਾ। ਨਹੀਂ ਦੇਖੋ, ਇਹ ਏਡਾ ਸੈਂਸਿਟਿਵ ਇਸ਼ੂ ਆ ਜਿਹਦੇ ਕਰਕੇ ਮੈਨੂੰ ਲੱਗਦਾ ਹੈ ਵੀ 80 ਦੇ ਦਹਾਕੇ 'ਚ ਜਿਹੜਾ ਪੰਜਾਬ ਤੇ ਮਾੜਾ ਦੌਰ ਰਿਹਾ, ਉਹਦੇ ਵੀ ਪਿੱਛੇ ਪਾਣੀਆਂ ਦੀ ਇਹ ਲੜਾਈ ਤੋਂ ਸ਼ੁਰੂ ਹੋਈ ਸੀ। ਔਰ ਬਦਕਿਸਮਤੀ ਨਾਲ ਮੈਂ ਕੱਲ ਵੀ 2-3 ਜ਼ਿਕਰ ਕੀਤੇ ਸੀ ਵੀ 1978 'ਚ ਬਾਦਲ ਸਾਹਿਬ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੰਦੇ ਆ, ਜਿਹੜੇ ਕਹਿ ਰਹੇ ਨਾ ਅਸੀਂ ਦੁੱਧ ਧੁੱਪੇ ਆ। ਔਰ ਉਸ ਨੋਟੀਫਿਕੇਸ਼ਨ ਦਾ ਹਵਾਲਾ ਦੇ ਕੇ ਚੌਧਰੀ ਦੇਵੀ ਲਾਲ ਨੇ ਆਪਣੇ ਹਾਊਸ ਨੂੰ ਸੰਬੋਧਨ ਕਰਕੇ ਖੁਸ਼ਖਬਰੀ ਸੁਣਾਈ। ਉਤੇ ਫਿਰ ਟੌੜਾ ਸਾਹਿਬ ਨੇ ਇਤਰਾਜ਼ ਕਰਤਾ ਨਾ, ਕਿਉਂਕਿ ਉਹ ਪੰਥਕ ਦਰਦੀ ਸੀਗੇ। ਉਸ ਤੋਂ ਬਾਅਦ ਦਰਬਾਰਾ ਸਿੰਘ ਨੇ ਐਫੀਡੇਵਿਟ ਦੇ ਦਿੱਤਾ, ਜਦੋਂ ਇੰਦਰਾ ਗਾਂਧੀ ਨੇ ਕਿਹਾ ਵੀ ਤੂੰ ਚੀਫ ਮਿਨਿਸਟਰ ਰਹਿਣਾ ਕਿ ਪਾਣੀਆਂ ਤੇ ਸਮਝੌਤੇ ਤੇ ਸਾਈਨ ਕਰਨੇ, ਉਹਨੇ ਸਾਈਨ ਕਰਨੇ ਠੀਕ ਸਮਝੇ। ਕੈਪਟਨ ਅਮਰਿੰਦਰ ਜਿਹੜਾ ਮਾਨ ਸਾਹਿਬ ਨੂੰ ਕਹਿ ਰਿਹਾ ਵੀ ਤੁਹਾਨੂੰ ਪਤਾ ਹੀ ਕੁਛ ਨਹੀਂ, ਮੈਨੂੰ ਪੁੱਛ ਕੇ ਜਾਓ। 1982 'ਚ ਕੈਪਟਨ ਅਮਰਿੰਦਰ ਸਿੰਘ ਨੇ ਚਾਂਦੀ ਦੀ ਕਹੀ ਇੰਦਰਾ ਗਾਂਧੀ ਨੂੰ ਦਿੱਤੀ ਕਿ ਟੱਕ ਲਾਓ ਤੇ SYL ਬਣਾਈ ਜਾਵੇ। ਸੋ ਕੰਡੇ ਇਹਨਾਂ ਦੇ ਬੀਜੇ ਆ। ਅਦਰਵਾਈਜ਼ ਕਨਸਟੀਟਿਊਸ਼ਨਲੀ ਤੇ ਜਾਂ ਰਾਈਪੇਰੀਅਨ ਪ੍ਰਿੰਸੀਪਲ ਜੋ ਹੈ ਦੁਨੀਆ ਦਾ ਪਾਣੀਆਂ ਨੂੰ ਲੈ ਕੇ ਜੋ ਇੱਕ ਕਾਨੂੰਨ ਹੈ ਜਾਂ ਇੱਕ ਸਿਧਾਂਤ ਹੈ, ਉਹ ਕਹਿੰਦਾ ਹੈ ਵੀ ਜਿਹੜੀ ਰਾਈਪੇਰੀਅਨ ਸਟੇਟ ਹੈ ਪਹਿਲਾ ਅਧਿਕਾਰ ਉਹਦਾ ਹੈ। ਔਰ ਇਸੇ ਕਰਕੇ ਮਸਲਾ ਆਨਰੇਬਲ ਸੁਪਰੀਮ ਕੋਰਟ ਇਹਨਾਂ ਦੀਆਂ ਕਰਤੂਤਾਂ ਕਰਕੇ, ਕਾਰਨਾਮੇ ਕਰਕੇ ਗਿਆ, ਜਿਹਦਾ
ਖਾਮਿਆਜਾ ਪੰਜਾਬ ਨੇ ਲੋਕਾਂ ਨੇ ਭੁਗਤਿਆ। ਤੇ ਹੁਣ ਤੇ ਮਾਨ ਸਾਹਿਬ ਨੇ ਬੜਾ ਸਪਸ਼ਟ ਕਿਹਾ, ਹਰਿਆਣੇ ਦਾ ਏਰੀਆ ਘੱਟ ਤੇ ਪਾਣੀ ਲੈ ਰਹੇ ਹੋ ਤੁਸੀਂ 14.1 MAF, ਪੰਜਾਬ ਦਾ ਏਰੀਆ ਵੱਧ, ਪੰਜਾਬ ਨੂੰ ਪਾਣੀ ਮਿਲ ਰਿਹਾ 12.63 MAF ਮਿਲੀਅਨ ਏਕੜ ਫੀਟ, ਤੇ ਮਤਲਬ ਜੈਤੀ ਤੇ ਪੰਜਾਬ ਨਾ ਹੋ ਰਹੀ ਹੈ ਤੇ ਤੁਸੀਂ ਕਹਿ ਰਹੇ ਐਸਵਾਈਲ ਬਣਾਓ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੇ ਯਮੁਨਾ ਦਾ ਪਾਣੀ ਯੂਪੀ ਔਰ ਬਿਹਾਰ 'ਚ ਬਾੜ ਦਾ ਕਾਰਨ ਬਣਦਾ ਹੈ, ਉਹਨੂੰ YSL ਬਣਾ ਕੇ ਸਗੋਂ ਹਰਿਆਣਾ ਪੰਜਾਬ ਦੀ ਪੂਰਤੀ ਕਰੋ। ਔਰ ਬੜਾ ਅੱਛਾ, ਔਰ ਉਹਨਾਂ ਦਾ ਸਟੈਂਡ ਬੜਾ ਸਪਸ਼ਟ, ਔਰ ਫਾਰਮੂਲਾ ਬੜਾ ਅੱਛਾ ਦਿੱਤਾ ਉਹਨਾਂ ਨੇ। ਹੁਣ ਤੇ ਸੈਂਟਰ ਸਰਕਾਰ ਨੂੰ ਇਹਦੇ ਬਾਰੇ ਬਹੁਤ ਸੋਚਣਾ ਚਾਹੀਦਾ। ਪਾਣੀਆਂ ਦਾ ਰਾਖਾ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਗਿਆ ਸੀ, ਤੁਸੀਂ ਵੀ ਸੁਣਿਆ ਹੋਣਾ ਸਾਰਾ ਕੁਝ ਹੈ, ਤੇ ਹੁਣ ਉਹ ਚੀਜ਼ ਕਿਤੇ ਨਾ ਕਿਤੇ ਜਿਹੜਾ ਉਹ ਤਗਮਾ ਜਿਹੜਾ ਉਹ ਚੇਂਜ ਹੋ ਗਿਆ। ਔਰ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਹੈਗੀ ਉਹ ਹੈਗੀ ਹੈ ਕਿ ਜਿਹੜਾ ਪਾਣੀ ਨੂੰ ਲੈ ਕੇ ਅੱਗੇ ਕਿਸ ਤਰੀਕੇ ਦੇ ਨਾਲ ਹੋਏਗਾ, ਕਿਉਂਕਿ ਜਦੋਂ ਇੱਕ ਪ੍ਰੈਸ ਕਾਨਫਰੰਸ ਹੋਈ ਸੀ, ਖਾਸ ਕਰਕੇ ਇੱਥੇ ਹੋਈ ਸੀਗੀ, ਜਦੋਂ ਖੱਟਰ ਹਰਿਆਣਾ ਦੇ ਨਾਲ ਉਹਨਾਂ ਨੇ ਕਾਨਫਰੰਸ ਹੋਈ ਸੀਗੀ, ਉਦੋਂ ਆ ਕੇ ਪ੍ਰੈਸ ਕਾਨਫਰੰਸ ਦੇ 'ਚ ਬਾਹਰ ਆ ਕੇ ਕਿਹਾ ਸੀਗਾ ਮਾਨ ਸਾਹਿਬ ਨੇ ਇਹ ਗੱਲ ਕਿ ਅਸੀਂ ਇੱਕ ਪ੍ਰੋਵੀਜ਼ਨ ਹੈਗਾ, ਆਲਟਰਨੇਟਿਵ ਇਹ ਹੈਗਾ ਕਿ ਅਸੀਂ ਜਾ ਕੇ ਸਲਾਹ ਦੇਵਾਂਗੇ PM ਨੂੰ ਕਿ ਹੋ ਸਕੇ ਤਾਂ ਉਹ ਜਿਹੜਾ ਹੈਗਾ ਯਮੁਨਾ ਤੋਂ ਹਰਿਆਣਾ ਨੂੰ ਪਾਣੀ ਦੇਣ। ਤੇ ਹੁਣ ਪਾਣੀਆਂ ਦੇ ਰਾਖੇ ਜਿਹੜੇ ਹੈਗੇ, ਜਿਹੜਾ ਡੈਫੀਨੇਸ਼ਨ ਚੇਂਜ ਹੋ ਰਹੀ ਹੈ, ਇਹ ਤੇ ਨਾ ਸੈਲਫ ਜਿਹੜੇ ਆਪਣੇ ਆਪ ਘੋਸ਼ਿਤ ਕਰ ਜਾਣਾ। ਕੈਪਟਨ ਅਮਰਿੰਦਰ ਨੇ ਜਿੰਨੇ ਚਾਂਦੀ ਦੇ ਕਈ ਨਾਲ ਟੱਕ ਲਾ ਕੇ SYL ਦੀ ਸ਼ੁਰੂਆਤ ਕੀਤੀ, ਉਹ ਕਹਿੰਦਾ ਪਾਣੀਆਂ ਦਾ ਰਾਖਾ। ਤੇ ਜਿਹੜੇ ਬਾਦਲ ਸਾਹਿਬ ਨੇ ਸਭ ਤੋਂ ਵੱਧ ਧਰਮ ਨਾਲ ਪੰਥ ਨਾਲ ਦਗਾ ਕਮਾਈ ਤੇ ਉਹ ਪੰਥ ਰਤਨ ਬਣੇ ਹੋਏ ਆ, ਇਹ ਤੇ ਆਪਣੇ ਆਪ ਹੀ ਬਣਨਾ ਹੈ ਨਾ। ਨਹੀਂ ਤੇ ਪੰਥ ਰਤਨ ਤੇ ਟੋੜਾ ਸਾਹਿਬ, ਤਲਵੰਡੀ ਸਾਹਿਬ, ਬਡਾਲਾ ਸਾਹਿਬ ਕਿੱਡੇ ਵੱਡੇ ਵੱਡੇ ਲੀਡਰ ਰਹੇ ਆ, ਉਹਨਾਂ ਨੂੰ ਕਿਸ ਤਰ੍ਹਾਂ ਬਾਹਰ ਕਰਤਾ। ਸੇਖਵਾਂ ਸਾਹਿਬ ਕਿੱਡੇ ਵੱਡੇ, ਉਹਨਾਂ ਦੇ ਫਾਦਰ ਸਾਹਿਬ ਵੀ ਵੱਡੇ ਲੀਡਰ ਰਹੇ, ਅਕਾਲੀ ਦਲ ਲਈ ਬੜੀਆਂ ਵੱਡੀਆਂ ਉਹਨਾਂ ਦੀਆਂ ਕੁਰਬਾਨੀਆਂ, ਏਡੇ ਏਡੇ ਵੱਡੇ ਪੰਥ ਦੇ ਜਿਹੜੇ ਦਰਦੀ ਸੀ, ਉਹਨਾਂ ਨੂੰ ਬਾਹਰ ਕਰਕੇ ਤੇ ਆਪ ਪੰਥ ਰਤਨ ਬਣ ਗਏ। ਇਹ ਆਪਣੇ ਆਪ ਹੀ ਆਪਣਾ ਤਾਮਜਾਵਾ ਆਪ ਹੀ ਡਿਕਲੇਅਰ ਕਰਾ ਲੈਂਦੇ। ਅਦਰਵਾਈਜ਼ ਇਹਨਾਂ ਦੀ ਸੱਚਾਈ ਤੇ ਹੁਣ ਸਾਹਮਣੇ ਆਈ ਆ ਕਿ ਪਾਣੀਆਂ ਦੇ ਰਾਖੇ ਨੇ ਜਿਹੜਾ ਆ ਕਹੀ ਦਿੱਤੀ ਸੀ ਚਾਂਦੀ ਦੀ ਕਿ SYL ਬਣਾ ਲਓ, ਤੇ ਪੰਥ ਦਰਦੀ ਜਿੰਨਾ ਪੰਥ ਰਤਨ ਲਿਆਇਆ ਤੇ ਉਹਨਾਂ ਨੇ ਪੰਥਕ ਕੋਈ ਲੀਡਰ ਜਿਹੜਾ ਆ ਉਹ ਅਕਾਲੀ ਜਮਾਤ 'ਚ ਨਹੀਂ ਰਹਿਣ ਦਿੱਤਾ। ਔਰ ਅੱਜ ਅਕਾਲੀ ਜਮਾਤ 'ਚ ਜੋ ਮਤਲਬ ਪੰਥ ਦਾ ਦੋਖੀ ਆ ਉਹ ਅਕਾਲੀ ਦਲ 'ਚ ਸ਼ਾਮਿਲ ਹੈ, ਨਹੀਂ ਤੇ ਪਵਿੱਤਰ ਜਮਾਤ ਸੀ ਅਕਾਲੀ ਦਲ ਵੀ। ਇਸੇ ਕਰਕੇ ਹੁਣ ਪੰਜਾਬ ਦੇ ਲੋਕਾਂ ਨੂੰ ਸਮਝ ਆ ਰਹੀ ਹੈ ਗੱਲ, ਇਸੇ ਕਰਕੇ ਇਹਨਾਂ ਦੀਆਂ ਦੁਕਾਨਦਾਰੀਆਂ ਜਿਹੜੀਆਂ ਬੰਦ ਹੋ ਗਈਆਂ। ਜੀ ਗੱਲ ਕਰ ਲਈ ਲਾਅ ਐਂਡ ਆਰਡਰ ਦੀ, ਬੜੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਕੁਝ ਪਿਛਲਾ ਸਾਲ ਕਾਫੀ ਚੈਲੰਜਿੰਗ ਰਿਹਾ, ਔਰ ਇਹਨੂੰ ਲੈ ਕੇ ਜਿਹੜੇ DGP ਪੰਜਾਬ ਨੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀਗੀ। ਉਹਦੇ ਬਾਅਦ ਜਿਹੜਾ ਪੁਲਿਸ ਡਿਪਾਰਟਮੈਂਟ ਦੀਆਂ ਕਈ ਪ੍ਰੈਸ ਕਾਨਫਰੰਸਿਸ ਹੋਈਆਂ ਤੇ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਵਾਕਈ ਚੈਲੰਜਿੰਗ ਸੀਗਾ ਪਿਛਲਾ ਸਾਲ ਸਾਡੇ ਲਈ, ਕਿਉਂਕਿ ਬਹੁਤ ਸਾਰੇ ਐਸੀਆਂ ਦੇ ਜਿਹੜੇ ਘਟਨਾਵਾਂ ਹੋਈਆਂ ਨੇ, ਪਹਿਲੇ ਵੀ ਹੁੰਦੀਆਂ ਰਹੀਆਂ ਨੇ, ਪਰ ਇਹ ਪਿਛਲੇ ਸਾਲ 'ਚ ਕੁਝ ਇਹ ਕਹਿ ਸਕਦੇ ਕਿ ਅਨਫੋਰਚੂਨੇਟ ਹੀ ਸੀਗਾ ਕਿ ਕਾਫੀ ਸਾਰੀਆਂ ਹੋਈਆਂ ਨੇ। ਪਰ ਹੁਣ ਜਿੱਦਾਂ ਲਾਅ ਐਂਡ ਆਰਡਰ ਨੂੰ ਲੈ ਕੇ ਵਿਰੋਧੀ ਧਿਰਾਂ ਬਾਰ-ਬਾਰ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਜਾਂ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਕਿਸ ਤਰੀਕੇ ਦੇ ਨਾਲ ਕਾਬੂ ਆਏਗਾ ਸਾਰਾ ਦਾ ਸਾਰਾ ਸਿਸਟਮ? ਇੱਕ ਗੱਲ ਤੇ ਇਹ ਆ ਵੀ ਮੈਂ ਕੋਈ ਜਸਟੀਫਾਈ ਨਹੀਂ ਕਰਦਾ ਵੀ ਪਿਛਲੀ ਵਾਰ ਹੁੰਦੀਆਂ ਨਹੀਂ ਇਸ ਕਰਕੇ ਹੁਣ ਵੀ ਹੋ ਰਹੀਆਂ, ਠੀਕ ਹੋ ਰਿਹਾ ਨਹੀਂ ਹੋ ਰਿਹਾ। ਬੇਸਿਕਲੀ ਜਿਹੜਾ ਆਰਗੇਨਾਈਜ਼ ਕ੍ਰਾਈਮ ਪੰਜਾਬ 'ਚ ਇਹ ਗੈਂਗਸਟਰ ਕਲਚਰ ਆਇਆ, ਇਹ ਵੀ 2007 ਤੋਂ ਬਾਅਦ ਹੀ ਆਇਆ, ਜਦੋਂ ਬਾਦਲ ਸਾਹਿਬ ਦੀ ਸਰਕਾਰ ਆਉਂਦੀ ਆ, ਜਦੋਂ ਇਹਨਾਂ ਦੇ ਕੁਝ ਲੀਡਰਾਂ ਨੇ ਪੰਜਾਬ ਦੇ ਨੌਜਵਾਨ, ਚਾਹੇ ਉਹ ਜਲੰਧਰ ਸਪੋਰਟਸ ਸਕੂਲ ਦੇ ਸੀ, ਚਾਹੇ ਉਹ ਚੰਡੀਗੜ੍ਹ ਦੇ ਕਾਲਜਾਂ ਦੇ ਸੀ, ਉਹਨਾਂ ਨੌਜਵਾਨਾਂ ਨੂੰ ਗਲਤ ਰਾਹ 'ਤੇ ਧੱਕਿਆ, ਉਹਨਾਂ ਨੂੰ ਮਾਈਨਿੰਗ ਮਾਫੀਆ 'ਚ ਇਨਵੋਲਵ ਕਰ ਲਿਆ, ਉਹਨਾਂ ਤੋਂ ਗਲਤ ਕੰਮ ਕਰਵਾਏ ਜਾਂਦੇ ਸੀ। ਫਿਰ ਉਹ ਜਿਹੜੇ ਨੌਜਵਾਨ, ਉਹ ਉਮਰ ਐਸੀ ਹੁੰਦੀ ਆ, ਤੁਸੀਂ ਇੱਕ ਗਲਤ ਕੰਮ ਕਰਦੇ ਹੋ, ਜੇ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਤੁਹਾਡੀ ਹਿੰਮਤ ਵੱਧਦੀ ਜਾਂਦੀ ਹੈ, ਉਹ ਬਹੁਤ ਵੱਡੇ ਗੈਂਗਸਟਰ ਬਣ ਗਏ। ਅਦਰਵਾਈਜ਼ ਉਹ ਨੌਜਵਾਨ ਤੇ ਕੋਈ ਪੜ੍ਹਨ ਆਇਆ, ਕੋਈ ਖਿਡਾਰੀ ਬਣਨ ਆਇਆ ਸੀ, ਔਰ ਇਹਨਾਂ ਨੇ ਦਿੱਤੀ ਪੁਸਤ ਪਨਾਈ। ਉਸ ਪੁਸਤ ਪਨਾਈ ਨੂੰ ਵਧਾਇਆ ਵੀ ਜਿਹੜਾ ਕਾਂਗਰਸ ਨੇ ਵੀ ਉਸੇ ਤਰੀਕੇ ਨਾਲ ਵਧਾਇਆ। ਔਰ ਮੈਂ ਹਜੇ, ਕਿਉਂਕਿ ਪੂਰੀ ਇਨਵੈਸਟੀਗੇਸ਼ਨ ਇਸ ਟਾਈਮ ਸਿੱਧੂ ਮੂਸੇਵਾਲਾ ਸਾਹਿਬ ਦੀ ਮੌਤ ਤੋਂ ਬਾਅਦ ਪੂਰੀ ਮਿਊਜ਼ਿਕ ਇੰਡਸਟਰੀ ਦੀ ਔਰ ਇਹ ਪੋਲੀਟੀਕਲ ਕਲਾਸ ਦੀ ਇਨਵੈਸਟੀਗੇਸ਼ਨ ਬਹੁਤ ਡੀਪਲੀ ਚੱਲ ਰਹੀ ਹੈ, ਇਸ ਕਰਕੇ ਮੈਂ ਬਹੁਤ ਗੱਲਾਂ ਤਾਂ ਨਹੀਂ ਕਰਨਾ। ਲੇਕਿਨ ਅਕਾਲੀ ਦਲ ਦੇ ਵੀ ਯੂਥ ਦੇ ਵੱਡੇ ਲੀਡਰ ਤੇ ਕਾਂਗਰਸ ਦੇ ਵੱਡੇ ਯੂਥ ਦੇ ਲੀਡਰ, ਇਹਨਾਂ ਦੇ ਨਾਂ ਸਿੱਧੇ ਗੈਂਗਸਟਰਾਂ ਨਾਲ ਜੁੜਦੇ ਆ, ਕਿਉਂਕਿ ਇਹ ਪੁਸਤ ਪਨਾਈ ਕਰਦੇ ਸੀ। ਇਹ ਉਹਨਾਂ ਤੋਂ ਗਲਤ ਕੰਮ ਕਰਾ ਕੇ ਉਹਨਾਂ ਨੂੰ ਬਚਾਉਂਦੇ ਸੀ ਔਰ ਸਮਾਜ 'ਚ ਪ੍ਰੇਰਿਤ ਕਰਦੇ ਸੀ ਵੀ ਗਲਤ ਕੰਮ ਕਰੋ। ਉਹਦਾ ਖਮਿਆਜਾ ਪੰਜਾਬ ਦੇ ਨੌਜਵਾਨ ਭੁਗਤ ਰਹੇ। ਲੋਕ ਤੇ ਕਹਿੰਦੇ ਮੇਰਾ ਬੇਟਾ ਪੜ੍ਹੇ ਨਾ ਪੜ੍ਹੇ ਬਾਹਰ ਚਲੇ ਜੇ, ਇੱਥੇ ਜਾਂ ਗੈਂਗਸਟਰ ਬਣ ਜੂਗਾ ਜਾਂ ਨਸ਼ੇੜੀ ਬਣ ਜੂ। ਇਹ ਇੱਕ ਧਾਰਨਾ ਬਣ ਗਈ ਸੀ। ਸੋ ਮਾਨ ਸਾਹਿਬ ਹੁਣ ਗੈਂਗਸਟਰਾਂ ਦੇ ਇਨਕਾਊਂਟਰ ਵੀ ਹੋ ਰਹੇ, ਫੜੇ ਵੀ ਜਾ ਰਹੇ, ਔਰ ਜਿਹੜੇ ਨੌਜਵਾਨਾਂ ਨੇ ਹਜੇ ਸ਼ੁਰੂਆਤ ਕੀਤੀ ਆ ਮਾੜੇ ਮੋਟੇ, ਉਹਨਾਂ ਨੂੰ ਅਸੀਂ ਅਪੀਲ ਵੀ ਕਰਦੇ ਹਾਂ, ਤੁਸੀਂ ਮੇਨ ਸਟਰੀਮ ਜਾਓ, ਰੋਜ਼ਗਾਰ ਦਊਗੀ ਸਰਕਾਰ, ਔਰ ਤੁਸੀਂ ਇਹ ਗਲਤ ਕੰਮਾਂ 'ਚ ਨਾ ਜਾਓ। ਸਾਡੇ ਕਿਸੇ ਲੀਡਰ ਦੀ ਤੁਸੀਂ ਨਾਮ ਨਹੀਂ ਜੁੜਦਾ ਦਿਖੋਗੇ, ਕਿਸੇ ਗੈਂਗਸਟਰ ਨਾਲ, ਕਿਸੇ ਆਰਗੇਨਾਈਜ਼ ਕ੍ਰਾਈਮ ਵਾਲੇ ਨਾਲ, ਕਿਸੇ ਬਦਮਾਸ਼ ਨਾਲ ਆਮ ਆਦਮੀ ਪਾਰਟੀ ਦਾ ਨਾਂ ਨਹੀਂ ਜੁੜੂਗਾ।
ਨਹੀਂ ਤੇ ਇਹਨਾਂ 'ਚ ਇੱਕ ਵੱਡੀ ਫਹਿਰਿਸਤ ਹੈ ਅਕਾਲੀ ਦਲ ਦੀ ਔਰ ਕਾਂਗਰਸ ਦੀ, ਜਿਨ੍ਹਾਂ ਦੇ ਸਿੱਧੇ ਸਿੱਧੇ ਨਾਂ ਜੁੜਦੇ ਆ ਨੌਜਵਾਨਾਂ ਨੂੰ ਇੱਧਰ ਧੱਕਣ ਦੇ। ਤੋ ਇਹ ਚੈਲੰਜ ਹੈ, ਸਰਕਾਰ ਲੱਗੀ ਹੋਈ ਹੈ ਔਰ ਡੀਜੀਪੀ ਸਾਹਿਬ ਆਪ ਫੀਲਡ ਜਾ ਕੇ ਪੂਰੀਆਂ ਚੀਜ਼ਾਂ ਨੂੰ ਆਪ ਅਗਵਾਈ ਕਰ ਰਿਹਾ ਔਰ ਡਾਇਰੈਕਟਰ ਜਨਰਲ ਆਫ ਪੁਲਿਸ ਚੰਡੀਗੜ੍ਹ ਨਹੀਂ ਬੈਠ ਰਿਹਾ, ਅੰਮ੍ਰਿਤਸਰ ਦੇ ਅਜਨਾਲੇ ਦੇ ਨਾਕਿਆਂ ਤੇ ਖੜਦਾ, ਕਦੀ ਅਬੋਹਰ ਫਾਜ਼ਿਲਕਾ ਜਾ ਰਿਹਾ। ਸੋ ਇੱਕ ਟੀਮ ਦੇ ਰੂਪ 'ਚ ਸਰਕਾਰ ਕੰਮ ਕਰ ਰਹੀ। ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਹੈ ਵੀ ਕਾਫੀ ਇਹ ਚੀਜ਼ ਤੋਂ ਪੰਜਾਬ ਮੁਕਤ ਹੋਊਗਾ। ਪੰਜਾਬ ਦੀ ਨੌਜਵਾਨੀ ਦੇ ਮੱਥੇ ਤੇ ਲੱਗਿਆ ਇਹ ਕਲੰਕ ਵੀ ਅਸੀਂ ਧੋਵਾਂਗੇ ਜੀ। ਐਜੂਕੇਸ਼ਨ ਦੀ ਗੱਲ ਕਰ ਲਈਏ, ਹੈਲਥ ਦੀ ਗੱਲ ਕਰ ਲਈਏ, ਕਿਉਂਕਿ ਆਮ ਆਦਮੀ ਪਾਰਟੀ ਬੇਸਿਕਲੀ ਐਜੂਕੇਸ਼ਨ ਤੇ ਹੈਲਥ, ਸਿੱਖਿਆ ਤੇ ਜਿਹੜਾ ਸਿਹਤ ਹੈਗੀ, ਇਹਨਾਂ ਦੋ ਚੀਜ਼ਾਂ ਨੂੰ ਲੈ ਕੇ ਅੱਗੇ ਆਈ ਸੀ ਕਿ ਇਹ ਤਾਂ ਕਿਉਂਕਿ ਫੰਡਾਮੈਂਟਲ ਰਾਈਟ ਵੀ ਹੈਗਾ ਹਰ ਸਿਟੀਜ਼ਨ ਦਾ, ਔਰ ਇਹ ਜ਼ਰੂਰੀ ਵੀ ਹੈਗਾ ਕਿ ਹਰ ਨਾਗਰਿਕ ਨੂੰ ਬੇਸਿਕਲੀ ਸਿੱਖਿਆ, ਉਹਦੇ ਸੁਰੱਖਿਆ ਮਿਲੇ, ਉਸ ਚੀਜ਼ ਨੂੰ ਲੈ ਕੇ ਸੁਰੱਖਿਅਤ ਹੋਵੇ ਉਹਦੀ ਸਿੱਖਿਆ, ਤੇ ਸਿਹਤ ਵੀ ਉਹਦੀ ਸੁਰੱਖਿਅਤ ਹੋਵੇ। ਇਹ ਦੋ ਮੇਨ ਚੀਜ਼ਾਂ ਮੇਰੇ ਖਿਆਲ 'ਚ ਹਮੇਸ਼ਾ ਹੀ ਕਹੀਆਂ ਜਾਂਦੀਆਂ ਰਹੀਆਂ ਕਿ ਦੋ ਚੀਜ਼ਾਂ ਜੇ ਕਿਸੇ ਕੋਲ ਵੀ ਹੋਣ ਤੇ ਬਾਕੀ ਚੀਜ਼ਾਂ ਦੀ ਉਸਾਰੀ ਤਾਂ ਹੋ ਸਕਦੀ ਹੈ। ਤੇ ਕਿੱਥੇ ਕਿਤੇ ਕਿੰਨੀ ਕੁ ਦੂਰੀ ਜਿਹੜੀ ਹਜੇ ਤੈਅ ਕੀਤੀ ਗਈ ਹੈ, ਕਿਉਂਕਿ ਸਿਹਤ ਮੰਤਰੀ ਨਾਲ ਅਸੀਂ ਹਾਲ ਹੀ ਦੇ ਵਿੱਚ ਗੱਲ ਕੀਤੀ, ਉਹਨਾਂ ਨੇ ਆਪਣਾ ਜਿਹੜਾ 8-9 ਮਹੀਨੇ ਦੀਆਂ ਸੀਗੀਆਂ ਉਹ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਨੇ। ਤੇ ਜੇ ਗੱਲ ਕਰੀਏ ਸਿਹਤ ਦੀ, ਉਹਦੇ ਵਿੱਚ ਵੀ ਤੇ ਸਿੱਖਿਆ ਦੇ ਵਿੱਚ ਵੀ, ਪਰ ਕੀ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਲੈ ਕੇ ਆ ਰਹੇ ਨੇ ਤੇ ਕੀ ਆਉਣ ਵਾਲੀ ਪਲੈਨਿੰਗਸ ਨੇ? ਦੇਖੋ, ਬੱਚਿਆਂ ਦੀ ਪੜ੍ਹਾਈ ਤੇ ਬਜ਼ੁਰਗਾਂ ਦੀ ਦਵਾਈ, ਇੱਕ ਪਰਿਵਾਰ ਨੂੰ ਅਗਰ ਸਸਤੀ ਔਰ ਵਾਜਿਬ ਤਰੀਕੇ ਨਾਲ ਮਿਲ ਜੇ ਤੇ ਉਸ ਪਰਿਵਾਰ ਦਾ ਅੱਧਾ ਫਾਈਨੈਂਸ਼ੀਅਲ ਬਰਡਨ ਘਟ ਜਾਂਦਾ ਹੈ ਤੇ ਉਹਦੀਆਂ ਮੁਸ਼ਕਲਾਂ ਘਟ ਜਾਂਦੀਆਂ। ਸੋ ਇਹ ਦੋਨੋਂ ਏਜੰਡੇ ਤੇ ਹੀ ਅਰਵਿੰਦ ਕੇਜਰੀਵਾਲ ਜੀ ਨੇ ਪੂਰੀ ਰਾਜਨੀਤੀ ਨੂੰ ਫੋਕਸ ਕੀਤਾ ਹੈ। ਉਹਦੇ ਨਾਲ ਕੀ ਆ ਵੀ ਇੱਕ ਆਮ ਪਰਿਵਾਰ ਦਾ ਜਦੋਂ ਬੱਚਾ ਪੜ੍ਹ ਜਾਂਦਾ ਹੈ ਜਾਂ ਉਹਦੇ ਬਜ਼ੁਰਗਾਂ ਨੂੰ ਫ੍ਰੀ ਦਵਾਈ ਦਾ ਇਲਾਜ ਹੋ ਜਾਂਦਾ ਤੇ ਉਹਦੇ ਪਰਿਵਾਰ ਨੂੰ 5-7 ਹਜ਼ਾਰ ਰੁਪਇਆ ਅਗਰ ਮਹੀਨੇ ਦਾ ਬਚ ਜਾਂਦਾ ਹੈ ਤੇ ਬੜੀ ਵੱਡੀ ਰਾਹਤ ਹੈ। ਸਾਡਾ ਵੀ ਉਹ ਫੋਕਸ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਏਜੰਡਾ ਹੈ। ਔਰ ਤੁਸੀਂ ਦੇਖਿਆ ਹੋਣਾ, ਅਸੀਂ ਮੁਹੱਲਾ ਕਲੀਨਿਕ ਦੇ ਰਾਹੀਂ, ਐਮੀਨੈਂਸ ਸਕੂਲਾਂ ਦੇ ਰਾਹੀਂ ਔਰ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਤੇ ਜਿਹੜੇ ਸਰਕਾਰੀ ਸਕੂਲਾਂ 'ਚ ਇਨਰੋਲਮੈਂਟ ਵਧੇ ਔਰ ਆਮ ਲੋਕਾਂ ਨੂੰ ਸਸਤਾ ਤੇ ਚੰਗਾ ਇਲਾਜ ਜਿਹੜਾ ਆ ਉਹ ਮਿਲੇ। ਉਹਦੇ ਲਈ ਕਾਫੀ ਪ੍ਰਯਾਸ ਸਰਕਾਰ ਕਰ ਰਹੀ ਹੈ। ਔਰ ਈਵਨ ਮਸਤੂਆਣਾ ਸਾਹਿਬ ਦੇ ਮੈਡੀਕਲ ਕਾਲਜ ਦੀ ਗੱਲ ਕਰ ਲਓ, ਚਾਹੇ ਮਾਨ ਸਾਹਿਬ ਨੇ ਜਿਹੜਾ ਕਿਹਾ ਅਗਲੇ 5 ਸਾਲਾਂ 'ਚ ਜਿਹੜੇ 16 ਮੈਡੀਕਲ ਕਾਲਜ ਬਣਾਉਣ ਦੀ, ਉਹਦੇ ਪਿੱਛੇ ਸੋਚ ਇਹੀ ਆ ਕਿ ਮੈਡੀਕਲ ਐਜੂਕੇਸ਼ਨ ਨੂੰ ਇੰਨਾ ਜ਼ਿਆਦਾ ਪ੍ਰਮੋਟ ਕਰੋ ਕਿ ਸਾਡੇ ਬੱਚੇ ਜਿਹੜੇ ਯੂਕਰੇਨ, ਰਸ਼ੀਆ ਵਰਗੇ ਕਰੋੜਾਂ ਰੁਪਇਆ ਦੇ ਕੇ ਡਿਗਰੀਆਂ ਲੈਂਦੇ ਇੱਥੇ ਪੜ੍ਹਨ ਔਰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ। ਤਾਂ ਸੁਭਾਵਿਕ ਤੌਰ ਤੇ ਆ ਇਹਨੂੰ ਅਫੋਰਡੇਬਲ ਵੀ ਬਣਾਉਣਾ ਹੈ ਔਰ ਆਮ ਲੋਕਾਂ ਦੀ ਪਹੁੰਚ ਵੀ ਬਣਾਉਣਾ ਹੈ। ਔਰ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਇਹ ਵੱਡਾ ਜੰਜਾਲ ਹੈ ਉਹਦੇ ਤੋਂ ਲੋਕਾਂ ਨੂੰ ਮੁਕਤੀ ਦਿਵਾਉਣੀ, ਉਹਦੇ ਵਾਸਤੇ ਅਸੀਂ ਕੰਮ ਬਹੁਤ ਤੇਜ਼ੀ ਨਾਲ ਕਰ ਰਹੇ ਹਾਂ। ਜੀ, ਜਿਹੜੀ ਤੁਸੀਂ ਖਾਸ ਕਰਕੇ ਗੱਲ ਕੀਤੀ ਹੈ ਮੁਹੱਲਾ ਕਲੀਨਿਕਸ ਦੀ, ਜਦੋਂ ਮੁਹੱਲਾ ਕਲੀਨਿਕਸ ਦੀ ਈਵਨ ਪੰਜਾਬ ਦੇ ਵਿੱਚ ਵੀ ਜਦੋਂ ਇੱਦਾਂ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇੱਕ ਗੱਲ ਆਈ ਸੀ ਵਿਰੋਧੀ ਧਿਰਾਂ ਵੱਲੋਂ, ਜਾਂ ਇੱਕ ਗੱਲ ਸਾਹਮਣੇ ਰੱਖੀ ਗਈ ਸੀ ਕਿ ਪਹਿਲੇ ਡਿਸਪੈਂਸਰੀਆਂ ਹੁੰਦੀਆਂ ਸੀ ਛੋਟੀਆਂ ਜਿਹੜੀਆਂ ਸੀਗੀਆਂ, ਉਹਨਾਂ ਦੇ ਵਿੱਚ ਵੀ ਤਕਰੀਬਨ ਇੱਦਾਂ ਹੀ ਹੁੰਦਾ ਸੀ ਕਿ ਫਸਟ ਏਡ ਦਿੱਤੀ ਜਾਂਦੀ ਸੀਗੀ, ਛੋਟੇ ਇਲਾਜ ਜਿਹੜੇ ਸੀਗੇ ਉਹ ਕਰ ਦਿੱਤੇ ਜਾਂਦੇ ਸੀ, ਦਵਾਈ ਬੂਟੀ ਉੱਥੋਂ ਮਿਲ ਜਾਂਦੀ ਸੀਗੀ, ਅਫੋਰਡੇਬਲ ਵੀ ਮਿਲ ਜਾਂਦੀ ਸੀਗੀ ਡੈਫੀਨੇਟਲੀ। ਤੇ ਹੁਣ ਜਿਹੜਾ ਤੁਸੀਂ ਇੱਕਦਮ ਚੇਂਜ ਲੈ ਕੇ ਆਏ ਸੀਗੇ ਇਹਦੇ ਵਿੱਚ, ਤੇ ਵੱਖ ਕੀ ਹੈਗੀਆਂ ਦੋਨੋਂ ਚੀਜ਼ਾਂ ਦੇ ਵਿੱਚ? ਵੱਖ ਕੋਈ ਨਹੀਂ ਹੈ। ਜਿੱਥੇ ਡਿਸਪੈਂਸਰੀਜ਼ ਕਾਰਗਰ ਹੋ ਸਕਦੀਆਂ ਜਾਂ ਉਹਨੂੰ ਰੈਨੋਵੇਸ਼ਨ ਕਰਨ ਦੀ ਲੋੜ ਹੈ, ਰਿਵਾਈਵ ਕਰਨ ਦੀ ਲੋੜ ਹੈ, ਉਸ ਪਾਸੇ ਵੀ ਸਰਕਾਰ ਕਰ ਰਹੀ ਹੈ। ਮੁਹੱਲਾ ਕਲੀਨਿਕ ਵੀ ਇੱਕ ਉਹਦਾ ਮੋਡੀਫਾਈਡ ਕਰੈਕਟਰ ਕਹਿ ਸਕਦੇ ਹਾਂ, ਮੋਡੀਫਾਈਡ ਜਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਟੈਗਲਾਈਨ ਹੈ। ਨਹੀਂ, ਟੈਗਲਾਈਨ ਲੈ ਲਓ ਜਾਂ ਸਾਡਾ ਇੱਕ ਡ੍ਰੀਮ ਪ੍ਰੋਜੈਕਟ ਹੈ ਕਿ ਲੋਕਾਂ ਦੀ ਸਿਹਤ ਨੂੰ ਜਿਹੜਾ ਆ ਪ੍ਰਾਇੋਰਟੀ ਤੇ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਨਹੀਂ ਤੇ ਇੱਥੇ ਤੇ ਕੀ ਹੋ ਰਿਹਾ ਸੀ ਵੀ ਕਰੋੜਾਂ ਰੁਪਇਆ ਦੇ ਐਮਐਲਏ ਜਿਹੜੇ ਜਾਂ ਵੱਡੇ ਲੀਡਰ ਹੈ ਉਹ ਤੇ ਆਪਣਾ ਬਿੱਲ ਫੋਰਟਿਸ ਵਰਗੇ ਹਸਪਤਾਲਾਂ ਤੋਂ ਪਾਸ ਕਰਵਾ ਲੈਂਦੇ ਤੇ ਆਮ ਬੰਦਾ ਵਿਚਾਰਾ ਪੀਜੀਆਈ ਤੇ ਕਦੀ ਕਿਤੇ ਤੇ 32 ਹਸਪੀਟਲ ਧੱਕੇ ਖਾਂਦਾ ਰਹਿੰਦਾ ਹੈ। ਤਾਂ ਸੁਭਾਵਿਕ ਤੌਰ ਤੇ ਆ ਸਾਡਾ ਮਕਸਦ ਹੈ ਵੀ ਲੋਕਾਂ ਨੂੰ ਚੰਗੀ ਸਿਹਤ ਮਿਲੇ, ਚੰਗੀ ਅਫੋਰਡੇਬਲ ਉਹਨਾਂ ਦਾ ਇਲਾਜ ਹੋ ਜੇ ਔਰ ਪਹੁੰਚ 'ਚ ਹੋ ਜੇ। ਇਹ ਨਹੀਂ ਆ ਵੀ ਬਰਨਾਲੇ ਵਾਲਾ ਬੰਦਾ ਚੰਡੀਗੜ੍ਹ ਭੱਜੇ, ਅਬੋਹਰ ਵਾਲਾ ਬਠਿੰਡੇ ਨੂੰ ਆਵੇ, ਅੰਮ੍ਰਿਤਸਰ ਵਾਲਾ ਜਲੰਧਰ ਨੂੰ ਭੱਜੇ। ਉਸ ਏਰੀਏ 'ਚ ਜਾ ਕੇ ਵੱਧ ਤੋਂ ਵੱਧ ਮੈਡੀਕਲ ਕਾਲਜ ਬਣ ਜਾਣ। ਨਹੀਂ ਤੇ ਤੁਸੀਂ ਦੇਖਿਆ ਨਾ, ਗੁਰੂ ਰਾਮਦਾਸ ਮਹਾਰਾਜ ਦੇ ਨਾਂ ਤੇ ਜਿਹੜਾ ਮੈਡੀਕਲ ਕਾਲਜ ਐਸਜੀਪੀਸੀ ਦਾ ਹੈ ਤੇ ਉਹਦਾ ਇਤਿਹਾਸਿਕ, ਹੁਣ ਇਹ ਕਹਿਣਗੇ ਵੀ ਇਹ ਫੇਰ ਸਾਡੀਆਂ ਉਹ ਕਹਿੰਦੇ ਐਸਜੀਪੀਸੀ ਨੂੰ, ਉਹਦੇ ਤੇ ਜਿਹੜਾ ਪਿਛਲਾ ਇਤਿਹਾਸ ਵੱਲੋਂ ਜਿੰਨੇ ਵੀ ਚੱਟੇ ਬੱਟੇ ਰਹੇ ਇਹਨਾਂ ਦੇ ਬਾਦਲ ਸਾਹਿਬ ਦੇ ਨੇੜੇ ਤੇ, ਇਹਨਾਂ ਨੇ ਆਪਣੇ ਬੱਚੇ ਵਿਦਆਊਟ ਫੀਸ ਪੜ੍ਹਾਏ ਔਰ ਕਾਲਜ ਹਜੇ ਤੱਕ ਕਲੇਮ ਕਰ ਰਿਹਾ ਕਿਸੇ ਦਾ 15 ਲੱਖ ਬਕਾਇਆ, ਕਿਸੇ ਦਾ 50 ਲੱਖ ਬਕਾਇਆ। ਯਾਨੀ ਕਿ ਗੁਰੂ ਘਰ ਦੇ ਨਾਂ ਤੇ ਬਣੇ ਐਸਜੀਪੀਸੀ ਦੇ ਲੋਕਾਂ ਦੇ ਦਸਵੰਧ ਨਾਲ ਬਣੇ ਮੈਡੀਕਲ ਕਾਲਜ 'ਚ ਵੀ ਕੀ ਮਤਲਬ ਹੁੰਦਾ ਰਿਹਾ, ਕਿਸ ਤਰੀਕੇ ਦੀ ਘਪਲੇਬਾਜ਼ੀ ਤੇ ਫਿਵਰਿਜ਼ਮ ਹੁੰਦਾ ਰਿਹਾ, ਉਹਦਾ ਉਦਾਹਰਣ ਵੀ ਸਾਹਮਣੇ ਆ। ਤਾਂ ਮਾਨ ਸਾਹਿਬ ਚਾਹੁੰਦੇ ਆ ਵੀ ਇੱਕ
ਅੱਛਾ ਇਨਫਰਾਸਟ੍ਰਕਚਰ ਖੜਾ ਕਰਕੇ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਵਧੀਆ ਤਰੀਕੇ ਨਾਲ ਦਿੱਤੀਆਂ ਜਾਣ। ਜੀ 2024 ਹੌਲੀ ਹੌਲੀ ਨੇੜੇ ਆਉਂਦਾ ਚਲੇ ਜਾ ਰਿਹਾ ਜੀ, ਜੀ। ਅਸੀਂ 2023 ਚ ਆ ਗਏ ਹਾਂ, ਕੁਝ ਮਤਲਬ ਪਹਿਲਾ ਮਹੀਨਾ ਤਾਂ ਸਮਝੋ ਬੀਤ ਹੀ ਗਿਆ। ਤਿਆਰੀਆਂ ਜਿਹੜੀਆਂ ਨੇ ਸਾਰੀਆਂ ਉਧਰ ਹੋ ਰਹੀਆਂ ਕਿਉਂਕਿ ਆਲਰੇਡੀ ਜਿਹੜਾ ਉਹ ਇੱਕ ਵੱਡਾ ਦੰਗਲ ਹੋਣ ਵਾਲਾ ਹੈ ਜੀ। ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਬਾਰ-ਬਾਰ ਇਹ ਗੱਲ ਕਹਿ ਰਹੀ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਪਿੱਛੇ ਰਹਿ ਗਈ। ਉਹੀ ਗੱਲ ਭਾਜਪਾ ਕਹਿ ਰਹੀ ਹੈ ਕਿ ਉਹਨਾਂ ਦਾ ਤਾਂ ਇੱਕ ਏਜੰਡਾ ਹੀ ਹੈਗਾ ਕਿ ਕਾਂਗਰਸ ਮੁਕਤ ਜਿਹੜੀ ਹੈਗੀ ਹੈ ਉਹ ਭਾਰਤ ਕਰਨਾ ਹੈਗਾ। 2024 ਨੂੰ ਲੈ ਕੇ ਆਮ ਆਦਮੀ ਪਾਰਟੀ ਦੀਆਂ ਜਿਹੜੇ ਤਿਆਰੀਆਂ ਨੇ ਉਹ ਕਿੱਦਾਂ ਦੀਆਂ ਨੇ, ਪਲੱਸ ਇੱਕ ਪਾਸੇ ਲੋਕਾਂ ਨੂੰ ਇਹ ਕਿਉਂ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਹੈਗੀ ਉਹ ਕਿਤੇ ਨਾ ਕਿਤੇ ਦਿੱਲੀ ਦੀ ਛਵੀ ਤੇ ਨਾਲ ਚੱਲ ਰਹੀ ਹੈ। ਤੇ ਦਿੱਲੀ ਦੀ ਛਵੀ ਕਿਹੜੀ ਮਾੜੀ ਹੈ? ਦਿੱਲੀ 'ਚ ਅਰਵਿੰਦ ਕੇਜਰੀਵਾਲ ਜੀ ਨੇ ਐਗਜ਼ਾਮਪਲ ਸੈੱਟ ਕੀਤਾ। ਦੂਜੀ ਗੱਲ, ਜਿੱਥੋਂ ਤੱਕ 2024 ਦਾ ਮਸਲਾ, ਦੇਖੋ 2024 'ਚ ਦੇਸ਼ ਦੇ ਲੋਕਾਂ ਨੇ ਫੈਸਲਾ ਕਰਨਾ ਹੈ। ਇੱਕ ਪਾਸੇ ਤੇ ਮੋਦੀ ਸਾਹਿਬ ਜੁਮਲੇਬਾਜ਼ੀ ਕਰਕੇ 2014 'ਚ ਸੱਤਾ 'ਚ ਆ ਗਏ ਔਰ ਲਗਾਤਾਰ ਮਹਿੰਗਾਈ ਦਾ ਬੋਲਬਾਲਾ ਹੈ, ਕਾਰਪੋਰੇਟ ਦਾ ਫੇਵਰਿਜ਼ਮ ਹੈ, ਪਰ ਆਮ ਬੇਰੁਜ਼ਗਾਰੀ, ਮਤਲਬ ਦੇਸ਼ ਦੇ ਇਤਿਹਾਸ ਸਭ ਤੋਂ ਵੱਡੇ ਸਤਰ ਤੇ ਬੇਰੁਜ਼ਗਾਰੀ ਦਰ ਪਹੁੰਚ ਗਈ ਹੈ, ਮਹਿੰਗਾਈ ਦੀ ਕੋਈ ਸੀਮਾ ਹੀ ਨਹੀਂ ਰਹੀ। ਤੇ ਸੁਭਾਵਿਕ ਤੌਰ ਤੇ ਦੂਜੇ ਪਾਸੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਔਰ ਇਸ ਕਰਕੇ ਦੇਸ਼ ਦੇ ਲੋਕਾਂ ਨੇ ਫੈਸਲਾ ਲੈਣਾ ਹੈ ਕਿ ਸੰਵਿਧਾਨ ਬਚਾਉਣਾ ਹੈ ਕਿ ਦੇਸ਼ ਬਚਾਉਣਾ ਹੈ ਕਿ ਕਾਰਪੋਰੇਟ ਸੈਕਟਰ ਬਚਾਉਣਾ ਹੈ। ਸੋ ਮੈਨੂੰ ਲੱਗਦਾ ਹੈ ਇਸ ਮੋਦੀ ਸਾਹਿਬ ਦੀ ਇਸ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਅਗਰ ਸਭ ਤੋਂ ਬੁਲੰਦ ਆਵਾਜ਼ ਇਸ ਮੁਲਕ 'ਚ ਇਸ ਟਾਈਮ ਗੂੰਜ ਰਹੀ ਹੈ ਤਾਂ ਅਰਵਿੰਦ ਕੇਜਰੀਵਾਲ ਜੀ ਦੀ ਗੂੰਜ ਰਹੀ ਹੈ। ਤਾਂ ਇਸ ਕਰਕੇ ਸਾਨੂੰ ਬਹੁਤ ਸਾਰੀਆਂ ਉਮੀਦਾਂ ਵੀ ਲੋਕ ਸਭਾ 'ਚ ਆਉਣ ਵਾਲੀਆਂ 2024 ਦੀਆਂ ਲੋਕ ਸਭਾ 'ਚ ਆਮ ਆਦਮੀ ਪਾਰਟੀ ਦਾ ਗ੍ਰਾਫ ਜਿਹੜਾ ਹੈ ਇਹ ਵੱਡੇ ਸਤਰ ਤੇ ਵਧੂਗਾ। ਤੁਹਾਨੂੰ ਲੱਗਦਾ ਹੈ ਵਾਕਈ ਜਿਹੜੀ ਆਮ ਆਦਮੀ ਪਾਰਟੀ ਦੀ ਪੂਰੇ ਤਰੀਕੇ ਦੇ ਨਾਲ ਇੱਕ ਉਭਾਰ ਹੋਇਆ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਸ਼ਾਇਦ ਥੋੜ੍ਹੀਆਂ ਚਿੰਤਾਵਾਂ ਆਈਆਂ ਕਿਉਂਕਿ ਪਿੱਛੇ ਇੱਕ ਹੁਣੀ ਰੀਸੈਂਟਲੀ ਇੱਕ ਇੰਟਰਵਿਊ ਆਈ ਹੈ ਜਿਹਦੇ ਵਿੱਚ ਜੇ ਆਪਾਂ ਗੱਲ ਕਰੀਏ PM ਮੋਦੀ ਨੇ ਇਹ ਗੱਲ ਕਹੀ ਹੈਗੀ ਹੈ ਕਿ ਮੈਂ ਆਪਣੇ ਆਪ ਨੂੰ ਨਹੀਂ ਚਮਕਾਉਣਾ ਚਾਹੁੰਦਾ। ਮੋਦੀ ਆਪਣੇ ਆਪ ਨੂੰ ਨਹੀਂ ਚਮਕਾਉਣਾ ਚਾਹੁੰਦਾ, ਭਾਰਤ ਨੂੰ ਚਮਕਦਾ ਦੇਖਣਾ ਚਾਹੁੰਦਾ ਹੈ। ਜਦੋਂ ਉਹਨਾਂ ਨਾਲ ਇਸ ਤਰੀਕੇ ਦੀ ਇੰਟਰਵਿਊਜ਼ ਦੇ ਵਿੱਚ ਗੱਲਬਾਤ ਹੁੰਦੀ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਹੜੀ ਉਹ ਹੰਬਲ ਜਾਂ ਥੋੜ੍ਹਾ ਜਿਹਾ ਚੀਜ਼ਾਂ ਨੂੰ ਲੈ ਕੇ ਕਰਨ ਦੀ ਉਹਨਾਂ ਦੇ ਵਿੱਚ ਵੀ ਭਾਜਪਾ ਦੇ ਵਿੱਚ ਵੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਸ਼ੁਰੂ ਹੋਈਆਂ? ਨਹੀਂ, ਉਹ ਤੇ ਭਾਜਪਾ ਵਾਲੇ ਤੇ ਪਹਿਲਾਂ ਕਹਿ ਦਿੰਦੇ ਸੀ 15 ਲੱਖ ਦੇਵਾਂ, ਬਾਅਦ 'ਚ ਅਮਿਤ ਸ਼ਾਹ ਜੀ ਕਹਿੰਦੇ ਇਹ ਤੇ ਜੁਮਲੇਬਾਜ਼ੀ ਸੀ। ਉਹ ਇਹਨਾਂ ਦੇ ਸਭ ਜੁਮਲੇ ਆ। 2.5 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਅਡਾਨੀ ਨੂੰ ਦੇ ਦਿੱਤਾ। 10 ਲੱਖ ਕਰੋੜ ਦੇ ਵੱਧ ਕਰਜ਼ੇ ਇਹਨਾਂ ਨੇ ਪ੍ਰਾਈਵੇਟ ਸੈਕਟਰਾਂ ਦੇ ਮਾਫ ਕਰਤੇ। ਕਿਸਾਨੀ ਬਦਹਾਲੀ 'ਚ 2022 'ਚ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ, ਦੁੱਗਣਾ ਕੀ ਕੀਤਾ? ਖਾਦ ਦਾ ਰੇਟ, ਬੀਜਾਂ ਦਾ ਰੇਟ, ਪੈਸਟੀਸਾਈਡ ਦਾ ਰੇਟ, ਮਹਿੰਗਾਈ ਦਰ ਦੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ ਪਿਛਲੇ 50 ਸਾਲਾਂ 'ਚ ਸਭ ਤੋਂ ਹਾਈਐਸਟ ਲੈਵਲ ਤੇ ਮਹਿੰਗਾਈ ਔਰ ਬੇਰੁਜ਼ਗਾਰੀ ਪਹੁੰਚ ਗਈ ਆ। ਸੋ ਇਹ ਸਾਰੇ ਇਹਨਾਂ ਦੀਆਂ ਜੁਮਲੇਬਾਜ਼ੀਆਂ ਹੈ। ਪਿਛਲੇ ਤਕਰੀਬਨ 8-9 ਸਾਲਾਂ ਦੇ ਰਜੀਮ 'ਚ ਮੋਦੀ ਸਾਹਿਬ ਦੇ ਸਭ ਤੋਂ ਵੱਧ ਫਾਇਦਾ ਅਗਰ ਹੋਇਆ ਤੇ ਅਡਾਨੀ ਨੂੰ ਹੋਇਆ, ਜਿਹੜਾ ਦੁਨੀਆ 'ਚ ਅਮੀਰ ਬੰਦਿਆਂ ਦੀ ਲਿਸਟ ਸ਼ੁਮਾਰ ਹੋ ਗਿਆ। ਸਭ ਤੋਂ ਵੱਧ ਅਗਰ ਫਾਇਦਾ ਹੋਇਆ ਤੇ ਕਾਰਪੋਰੇਟ ਸੈਕਟਰ ਨੂੰ ਹੋਇਆ, ਜਿਨ੍ਹਾਂ ਦੇ 10 ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ਮਾਫ ਹੋ ਗਏ। ਸਭ ਤੋਂ ਵੱਧ ਨੁਕਸਾਨ ਆਮ ਮੀਡੀਓਕਰ ਲੋਅਰ ਮਿਡਲ ਕਲਾਸ ਨੂੰ ਹੈ, ਜਿਨ੍ਹਾਂ ਦੀਆਂ ਨੌਕਰੀਆਂ ਵੀ ਗਈਆਂ, ਜਿਨ੍ਹਾਂ ਦੀਆਂ ਦਾਲਾਂ ਸਬਜ਼ੀਆਂ 3-3 4-4 ਗੁਣਾ ਰੇਟ ਵੱਧ ਗਏ। ਡਾਲਰ ਦੇ ਸਾਹਮਣੇ ਰੁਪਈਆ ਕਿੱਥੇ ਪਹੁੰਚ ਗਿਆ। ਆਇਲ ਦੀਆਂ ਕੀਮਤਾਂ ਦੇਖ ਲਓ, 100 ਤੋਂ ਪਿਛਲੇ ਕਈ ਸਾਲ ਪਹਿਲਾਂ ਹੀ ਟੱਪ ਗਿਆ। ਸੋ ਇਹ ਸਾਰੇ ਜਿਹੜੇ ਇਹਨਾਂ ਦੇ ਜੁਮਲੇ ਸੀ ਉਹ ਫਲੋਪ ਹੋ ਗਿਆ। ਈਵਨ ਇੰਟਰਨੈਸ਼ਨਲ ਲੈਵਲ ਤੇ ਵੀ ਚਾਈਨਾ ਲਗਾਤਾਰ ਅਰੁਣਾਚਲ 'ਚ ਇੰਟਰਫੇਅਰ ਕਰ ਰਿਹਾ। ਨੇੜੇ ਤੇੜੇ ਦੇ ਜਿਹੜੇ ਮੁਲਕ ਆ ਉਹ ਸਾਨੂੰ ਅੱਖਾਂ ਵਿਖਾਉਣ ਲੱਗ ਗਿਆ। ਫੋਰਨ ਪਾਲਿਸੀ ਮੋਦੀ ਸਾਹਿਬ ਦੀ ਮਤਲਬ ਬਿਲਕੁਲ ਫਲੋਪ ਹੋ ਗਈ ਆ। ਦੇਸ਼ ਦੀ ਇਕਨੋਮੀ ਦਾ ਢਾਂਚਾ, ਮਤਲਬ ਫਾਈਨੈਂਸ ਮਿਨਿਸਟਰ ਦੇਸ਼ ਦੀ ਉਹ ਕਹਿੰਦੀ ਵੀ ਪੈਸਾ ਰੁਪਈਆ ਕਮਜ਼ੋਰ ਨਹੀਂ ਹੋਇਆ, ਡਾਲਰ ਮਜ਼ਬੂਤ ਹੋ ਗਿਆ। ਇਹੋ ਜਿਹੇ ਤਾਂ ਲੌਜਿਕ ਦੇ ਰਿਹਾ। ਰਿਜ਼ਰਵ ਬੈਂਕ ਦੀ ਜਿਹੜੀ ਇਮੇਜ ਸੀ ਉਹਨੂੰ ਵੱਡੀ ਢਾਹ ਲੱਗੀ ਆ। ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਹੋ, ਐਜੂਕੇਸ਼ਨ ਇੰਸਟੀਟਿਊਸ਼ਨਸ ਜਿਹੜੇ ਆ ਉਹਨਾਂ ਦੀ ਜਿਹੜੀ ਆਟੋਨਮੀ ਆ ਉਹ ਇਹਨਾਂ ਨੇ ਖਤਮ ਕਰਤੀ। JNU ਵਰਗੇ ਔਰ ਪੰਜਾਬ ਯੂਨੀਵਰਸਿਟੀ ਵਰਗੇ ਇੰਸਟੀਟਿਊਸ਼ਨਸ ਇਹਨਾਂ ਨੇ ਲਗਾਤਾਰ ਉਹਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਆਟੋਨਮੀ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ। ਰਿਸਰਚ ਉਹ ਘਟ ਗਈ। ਸੋ ਸਾਰੇ ਪਾਸਿਓਂ ਜਿਹੜਾ ਆ, ਈਵਨ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਪ੍ਰੈਸ ਕਾਨਫਰੰਸਾਂ ਕਰਦੇ ਆ, ਦੇਸ਼ ਦੇ ਵੱਡੇ ਸਾਇੰਟਿਸਟ ਆ ਕੇ ਓਪਨਲੀ ਬੋਲਦੇ ਆ ਵੀ ਦਖਲਅੰਦਾਜ਼ੀ ਹੋ ਰਹੀ ਆ। ਸੋ ਉਸ ਥਾਵਾਂ ਤੇ ਰਾਜਨੀਤੀ ਇਹਨਾਂ ਨੇ ਵਾੜਤੀ ਜਿੱਥੇ ਬਿਲਕੁਲ ਰਾਜਨੀਤੀ ਦਾ ਪਰਛਾਵਾਂ ਵੀ ਨਹੀਂ ਪੈਣਾ ਚਾਹੀਦਾ ਸੀ। ਉਹ ਸਾਰੇ ਹਾਲਾਤਾਂ 'ਚ ਮੱਦੇਨਜ਼ਰ ਰੱਖਦੇ ਹੋਏ ਮੈਨੂੰ ਨਹੀਂ ਲੱਗਦਾ ਵੀ 2024 'ਚ ਲੋਕ ਜਿਹੜੇ ਆ ਮੋਦੀ ਸਾਹਿਬ ਦੀਆਂ ਜਿਹੜੇ ਜੁਮਲੇ ਉਹਨਾਂ 'ਚ ਫਿਰ ਪ੍ਰਭਾਵਿਤ ਹੋਣ।
ਆਖਰੀ ਸਵਾਲ ਹੈ ਮੇਰਾ, ਕਰਪਸ਼ਨ ਦੀ ਜੇ ਗੱਲ ਕਰ ਲਈਏ, ਲਗਾਤਾਰ ਫੜਾਈਆਂ ਹੋ ਰਹੀਆਂ ਨੇ। PSIEC ਦਾ ਜਿਹੜਾ ਹੈਗਾ ਉਹਦੇ ਵਿੱਚ ਵੀ ਅਧਿਕਾਰੀਆਂ ਦੀ ਕਾਫੀ ਫੜਾਈ ਹੋਈ ਹੈ। ਹੋਰ ਵੀ ਕਰਪਸ਼ਨ ਦੀ ਕਾਫੀ ਵਿਭਾਗਾਂ ਦੇ ਵਿੱਚ ਲਗਾਤਾਰ ਤੁਸੀਂ ਜਿਹੜੀ ਹੈ ਪੰਜਾਬ ਸਰਕਾਰ ਆਪਣਾ ਜਿਹੜਾ ਹੱਲਾ ਮਾਰ ਰਹੀ ਹੈ। ਜੇ ਗੱਲ ਕਰੀਏ ਕਰਪਸ਼ਨ ਫ੍ਰੀ ਡੈਫੀਨੇਟਲੀ ਕਦੋਂ ਤੱਕ ਲੱਗਦਾ ਤੁਹਾਨੂੰ ਕਰ ਸਕੋ, ਕਿਉਂਕਿ ਬੜਾ ਔਖਾ ਕੰਮ ਹੈ, ਕਿਉਂਕਿ ਸਿਸਟਮ ਦੇ ਵਿੱਚ ਗਈ ਹੋਈ ਚੀਜ਼ ਹੈ। ਔਰ ਦੂਸਰਾ ਨਸ਼ਾ ਵੀ ਉਨਾ ਹੀ ਪ੍ਰੋਮੀਨੈਂਟ, ਕਿਉਂਕਿ ਪੰਜਾਬ ਦੇ ਵਿੱਚ ਇਹ ਮੁੱਦੇ ਰਹੇ ਨੇ, ਕਰਪਸ਼ਨ ਤੇ ਨਸ਼ਾ ਖਾਸ ਕਰਕੇ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਰਿਹਾ, ਪਰ ਪੰਜਾਬ ਨੂੰ ਲੈ ਕੇ ਜੇ ਪਿਛਲੀਆਂ ਅਸੀਂ ਰਿਵਾਇਤੀ ਪਾਰਟੀਆਂ ਦੀ ਗੱਲ ਕਰੀਏ ਤੇ ਇਹਨਾਂ ਮੁੱਦਿਆਂ ਤੇ ਉਹ ਜਿਹੜੀਆਂ ਚੋਣਾਂ ਲੜਦੀਆਂ ਰਹੀਆਂ ਨੇ। ਨਹੀਂ ਡੈਫੀਨੇਟਲੀ ਕਰਪਸ਼ਨ ਨੂੰ ਦੇਖੋ, ਗੱਲ ਇਹ ਆ, ਕਰਪਸ਼ਨ ਖਤਮ ਤਾਂ ਹੁੰਦਾ ਜਦੋਂ ਲੋਕਾਂ ਦੇ ਮਨਾਂ 'ਚ ਡਰ ਬੈਠ ਜਾਏ। ਉਹ ਡਰ ਜਿਹੜੇ ਲੋਕ ਜਿਹੜੇ ਕਰਪਸ਼ਨ ਕਰਦੇ ਉਹਨਾਂ ਦੇ ਮਨਾਂ 'ਚ ਤੇ ਬੈਠ ਗਿਆ। ਔਰ ਪਿਛਲੇ ਮਹੀਨਿਆਂ 'ਚ ਕੁਝ ਕਾਰਵਾਈਆਂ ਵੀ ਵੱਡੀਆਂ ਹੋਈਆਂ, ਮਾਨ ਸਾਹਿਬ ਨੇ ਕੋਈ ਲਿਹਾਜ਼ਦਾਰੀ ਨਹੀਂ ਪਾਲੀ। ਸੋ ਇਸ ਕਰਕੇ ਅੱਜ ਥਾਣੇ ਕਚਹਿਰੀਆਂ 'ਚ ਥਰੜੇ ਲੈਵਲ ਤੇ ਸਰਕਾਰੀ ਦਫ਼ਤਰਾਂ ਜਦੋਂ ਤੁਸੀਂ ਜਾਂਦੇ ਹੋ, ਕਾਫੀ ਵੱਡੇ ਸਤਰ ਤੇ ਠੱਲ ਕਰਪਸ਼ਨ ਨੂੰ ਪਈ ਹੈ। ਲੇਕਿਨ ਜੇ ਮੈਂ ਕਹਦਾ ਵੀ ਜੜ ਤੋਂ ਨਹੀਂ ਕਦੀ ਕਰਪਸ਼ਨ ਖਤਮ ਹੁੰਦਾ, ਲੇਕਿਨ ਆਮ ਸਧਾਰਨ ਜਿਹੜਾ ਨਾਗਰਿਕ ਹੈ ਦੇਸ਼ ਦਾ ਜਾਂ ਸੂਬੇ ਦਾ, ਉਹਨੂੰ ਘੱਟੋ ਘੱਟ ਲੁੱਟ ਖਸੁੱਟ ਬਚ ਜੇ ਜਾਂ ਉਹ ਪ੍ਰਭਾਵਿਤ ਸਿੱਧੇ ਰੂਪ 'ਚ ਪ੍ਰਭਾਵਿਤ ਨਾ ਹੋਵੇ ਤੇ ਬਹੁਤ ਵੱਡਾ ਰਿਲੀਫ, ਥੋੜੀ ਰਾਹਤ ਮਿਲੇਗੀ। ਹਾਂ, ਉਹ ਵੱਡਾ ਰਿਲੀਫ ਹੁੰਦਾ ਹੈ। ਸੋ ਬਿਲਕੁਲ ਜਿਸ ਤਰੀਕੇ ਨਾਲ ਰੋਜ਼ਾਨਾ, ਚਾਹੇ ਉਹ ਬਿਊਰੋਕਰੇਟ ਹੈ, ਚਾਹੇ ਪੋਲੀਟੀਕਲ ਲੋਕ ਹੈ, ਚਾਹੇ ਸਾਬਕਾ ਮੰਤਰੀ ਹੈ, ਜਿਸ ਤਰੀਕੇ ਨਾਲ ਕਾਨੂੰਨ ਇੰਡੀਪੈਂਡੈਂਟਲੀ ਔਰ ਵਿਦਾਊਟ ਕਿਸੇ ਪੋਲੀਟੀਕਲ ਇੰਟਰਫੇਰੈਂਸ ਤੋਂ ਕੰਮ ਕਰ ਰਿਹਾ, ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਪੰਜਾਬ ਨੂੰ ਪੂਰੀ ਤਰ੍ਹਾਂ ਜਿਹੜਾ ਆਪਾਂ ਕਰਪਸ਼ਨ ਮੁਕਤ ਬਣਾ ਦਾਂਗੇ। ਪਰ ਵਿਰੋਧੀ ਧਿਰਾਂ ਨੂੰ ਕਿਉਂ ਲੱਗਦਾ ਹੈ ਕਿ ਇਹ ਜਿਹੜੀ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ? ਦੇਖੋ, ਵਿਰੋਧੀ ਧਿਰਾਂ ਦੀ ਦਿੱਕਤ ਇਹ ਆ, ਨਾ ਤਾਂ ਇਹ ਕਹਿ ਸਕਦੇ ਮਾਨ ਸਾਹਿਬ ਨੇ ਬੱਸਾਂ ਪਾ ਲਈਆਂ, ਨਾ ਕਹਿ ਸਕਦੇ ਮਾਨ ਸਾਹਿਬ ਨੇ ਸ਼ਰਾਬ ਦੇ ਠੇਕਿਆਂ 'ਚ ਹਿੱਸਾ ਪਾ ਲਿਆ, ਨਾ ਕਹਿਣਗੇ ਮਾਨ ਸਾਹਿਬ ਨੇ ਰੇਤ ਦੀਆਂ ਖੱਡਾਂ 'ਚ ਹਿੱਸਾ ਪਾ ਲਿਆ। ਮਾਨ ਸਾਹਿਬ ਦੇ ਖਿਲਾਫ ਔਰ ਉਹਨਾਂ ਦੀ ਕੈਬਨਿਟ ਦੇ ਖਿਲਾਫ ਤੇ ਕੁਝ ਬੋਲਣ ਨੂੰ ਹੈ ਨਹੀਂ। ਤਾਂ ਅਲਟੀਮੇਟਲੀ ਉਹ ਇਹੋ ਜਿਹੇ ਆਲੇ ਦੁਆਲੇ ਦੀਆਂ ਗੱਲਾਂ ਕਿ ਵੈਂਡੇਟਾ ਕਿਉਂ ਆ? ਇਹੀ ਸ਼ਾਮ ਸੁੰਦਰ ਅਰੋੜਾ, ਇਹੀ ਧਰਮਸੋਤ, ਇਹੀ ਆਸ਼ੂ, ਜਿਹਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਕਹਿੰਦੇ ਮੇਰੇ ਕੋਲ ਫਾਈਲਾਂ ਪਈਆਂ ਇਹਨਾਂ ਦੀਆਂ, ਲੇਕਿਨ ਉਹ ਫਾਈਲਾਂ ਪਤਾ ਨਹੀਂ ਉਹਨਾਂ ਨੇ ਹਿੱਸੇਦਾਰੀ ਕਰ ਲਈ ਕਿ ਸੈਟਿੰਗ ਕਰ ਲਈ ਕਿ ਸਾਝੇਦਾਰੀ ਕਰ ਲਈ, ਉਹ ਫਾਈਲਾਂ ਤਾਂ ਪਈਆਂ ਰਹਿ ਗਈਆਂ। ਮਾਨ ਸਾਹਿਬ ਨੇ ਆਉਂਦੇ ਹੀ ਇਨਸਟਰਕਸ਼ਨਸ ਦੇ ਦਿੱਤੀ ਸੀ ਏਜੰਸੀਜ਼ ਨੂੰ ਕਿ ਇੰਡੀਪੈਂਡੈਂਟਲੀ ਜੋ ਦੋਸ਼ੀ ਹੈ ਪੰਜਾਬ ਦੇ ਸਰਮਾਏ ਨੂੰ ਲੁੱਟਣ ਦਾ, ਉਹਦੇ ਖਿਲਾਫ ਕਾਨੂੰਨ ਕਾਰਵਾਈ ਕਰੇ। ਕਿਸੇ ਤਰ੍ਹਾਂ ਦਾ ਕੋਈ ਰਾਜਨੀਤਿਕ ਇੰਟਰਫੇਰੈਂਸ ਨਹੀਂ ਹੈ, ਕੋਈ ਵੈਂਡੇਟਾ ਨਹੀਂ ਹੈ, ਲੇਕਿਨ ਪਾਲਾ ਉਹਨੂੰ ਮਾਰ ਰਿਹਾ ਜਿਹੜਾ 3900 ਰੁਪਏ ਦੀ ਰੋਟੀ ਖਾਂਦਾ, ਜਿਹੜਾ 2500 ਰੁਪਏ ਦੇ ਜੂਸ ਦੇ ਗਲਾਸ ਮੰਗਾਉਂਦਾ ਹੈ, ਜਾਂ ਜਿਨ੍ਹਾਂ ਦੇ ਭਾਈ ਭਤੀਜੇ ਭਾਣਜੇ ਜਿਹੜੇ ਆ ਰੇਤਾ ਦੇ ਕਾਰੋਬਾਰ 'ਚ, ਇਲੀਗਲ ਕਾਰੋਬਾਰ ਜੇਲ੍ਹਾਂ 'ਚ ਬੰਦ ਹੈ, ਉਹਨਾਂ ਨੂੰ ਤਾਂ ਫਿਕਰ ਮਾਰਨੀ। ਕੰਗ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਕਰਪਸ਼ਨ ਫ੍ਰੀ ਵੀ ਕਾਫੀ ਹੱਦ ਤੱਕ ਸਟੇਟ ਨੂੰ ਕਰ ਦਿੱਤਾ ਜਾਵੇਗਾ ਪੰਜਾਬ ਨੂੰ, ਔਰ ਨਸ਼ਾ ਮੁਕਤੀ ਦੀ ਵੀ ਗੱਲ ਜਿਹੜੀਆਂ ਮੁਹਿੰਮਾਂ ਚਲਾਈਆਂ ਹੋਈਆਂ, ਪਰ ਜਿੱਥੇ ਤੱਕ ਗੱਲ ਕਰੀਏ ਇੱਕ ਚੀਜ਼ ਹਜੇ ਵੀ ਹੈਗੀ, ਕਰਜ਼ਾ ਮੁਕਤ ਕਦੋਂ ਹੋਏਗਾ ਪੰਜਾਬ? ਦੇਖੋ, ਫਾਈਨੈਂਸ਼ੀਅਲੀ ਇਕਨੋਮਿਕਲੀ ਬਹੁਤ ਵੱਡੇ ਚੈਲੰਜਸ ਹੈ ਸਾਡੇ ਸਾਹਮਣੇ, ਔਰ ਉਹਦਾ ਕਾਰਨ ਇਹ ਹੈ ਕਿ ਪੰਜਾਬ ਨੂੰ ਜਿਸ ਥਾਵਾਂ ਤੋਂ ਇਨਕਮ ਹੋਣੀ ਸੀ, ਚਾਹੇ ਉਹ ਟਰਾਂਸਪੋਰਟ ਮਹਿਕਮਾ ਸੀ, ਚਾਹੇ ਉਹ ਐਕਸਾਈਜ਼ ਸੀ, ਚਾਹੇ ਉਹ ਮਾਈਨਿੰਗ ਹੈ, ਉਹਦਾ ਵੱਡਾ ਹਿੱਸਾ ਪ੍ਰਾਈਵੇਟ ਲੋਕਾਂ ਦੀਆਂ ਜੇਬਾਂ 'ਚ ਗਿਆ, ਸਰਕਾਰ ਦੇ ਖਜ਼ਾਨੇ 'ਚ ਨਹੀਂ ਆਇਆ। ਔਰ ਲੋਕਾਂ ਦੇ ਆਪਣੇ ਤੇ ਬੱਸਾਂ ਦੇ ਫਲੀਟ ਖੜੇ ਹੋ ਗਏ ਤੇ ਪੰਜਾਬ ਦੀ PRTC ਘਾਟੇ ਚਲੇਗੀ। ਲੋਕਾਂ ਤੇ ਕਰਜ਼ੇ ਦਾ ਤੇ ਮਹਿੰਗਾਈ ਦਾ ਬੋਝ ਵੱਧਦਾ ਗਿਆ ਤੇ ਆਪਣੇ ਸੁਖ ਵਿਲਾ ਤੇ ਸਿਸਵਾ ਬਣਦੇ ਗਏ। ਸੁਭਾਵਿਕ ਤੌਰ ਤੇ ਉਹ ਜਿਹੜੀ ਪੋਲੀਟੀਕਲ ਲੁੱਟ ਖਸੁੱਟ ਸੀ ਉਹਦੇ ਤੇ ਹੁਣ ਠੱਲ ਤੇ ਪਈ ਆ। ਮੈਨੂੰ ਲੱਗਦਾ ਹੈ ਵੀ ਕਰਜ਼ਾ ਮੁਕਤ ਹੋਣ ਤੇ ਟਾਈਮ ਲੱਗੂਗਾ, ਲੇਕਿਨ ਪੰਜਾਬ ਦੇ ਲੋਕਾਂ ਨੂੰ ਸਾਫ਼ ਸੁਥਰਾ ਨਿਜ਼ਾਮ ਦੇਣਾ, ਉਹਨਾਂ ਨੂੰ ਅੱਛੀ ਪੜ੍ਹਾਈ, ਉਹਨਾਂ ਦੇ ਬੱਚਿਆਂ ਦੀ, ਬਜ਼ੁਰਗਾਂ ਦੀ ਦਵਾਈ, ਉਹਨਾਂ ਨੂੰ ਬੁਨਿਆਦੀ ਚਾਹੇ ਉਹ ਬਿਜਲੀ ਹੈ ਚਾਹੇ ਨੌਕਰੀ ਹੈ ਦੇਣਾ, ਇਹ ਮਾਨ ਸਾਹਿਬ ਉੱਤੇ ਏਜੰਡੇ ਤੇ ਕੰਮ ਕਰ ਰਹੇ ਆ, ਜਿਹਦੇ ਨਾਲ ਸਾਡਾ ਵੈਲਥ ਡਰੇਨ ਔਰ ਜਿਹੜਾ ਬ੍ਰੇਨ ਡਰੇਨ ਹੈ ਉਹ ਕਾਫੀ ਹੱਦ ਤੱਕ ਰੁਕੂਗਾ। ਔਰ ਆਉਣ ਵਾਲੇ ਟਾਈਮ ਮੈਂ ਇਹ ਨਹੀਂ ਕਹਿੰਦਾ ਵੀ ਇਹਨੂੰ ਟਾਈਮ ਬਾਉਂਡ ਨਹੀਂ ਕਰ ਸਕਦੇ, ਪੰਜਾਬ ਆਰਥਿਕ ਤੌਰ ਤੇ ਮੈਨੂੰ ਲੱਗਦਾ ਮਜ਼ਬੂਤੀ ਨਾਲ ਆਪਣੇ ਪੈਰਾਂ ਤੇ ਖੜਾ ਹੋ ਜਾਊਗਾ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਇਹ ਸਾਡੇ ਨਾਲ ਸੀਗੇ ਮਾਲਵਿੰਦਰ ਸਿੰਘ ਕੰਗ, ਬੁਲੰਦ ਬੁਲਾਰੇ ਨੇ, ਜਿੰਨੀਆਂ ਖੁੱਲ੍ਹ ਕੇ ਗੱਲਾਂ ਕਰਦੇ ਨੇ, ਸਵਾਲ ਕੋਈ ਵੀ ਇਹਨਾਂ ਦੇ ਸਾਹਮਣੇ ਆ ਜਾਏ ਬਹੁਤ ਹੀ ਮਜ਼ਬੂਤੀ ਦੇ ਨਾਲ ਜਵਾਬ ਦਿੰਦੇ ਨੇ, ਤੇ ਇਹਨਾਂ ਨੂੰ ਬਿਲਕੁਲ ਇਸ ਗੱਲ ਦਾ ਦ੍ਰਿੜ ਨਿਸ਼ਚੈ ਵੀ ਹੈਗਾ ਕਿ ਸਰਕਾਰ ਵੀ ਉਨੀ ਮਜ਼ਬੂਤੀ ਦੇ ਨਾਲ ਪੰਜਾਬ ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਜਿਹੜੀ ਹੈ ਉਹ ਕੰਮਕਾਜ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਸਿਸਟਮ ਡੈਫੀਨੇਟਲੀ ਪਹਿਲੇ ਬਹੁਤ ਹਿੱਲਿਆ ਹੋਇਆ ਸੀਗਾ ਤੇ ਉਸ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਕਿ ਸਿਸਟਮ ਦੇ ਵਿੱਚ ਲਿਆਇਆ ਜਾ ਸਕੇ। ਉਹਨਾਂ ਨੇ ਇਹ ਵੀ ਕਿਹਾ ਕਿ ਪੂਰੇ ਤਰੀਕੇ ਦੇ ਨਾਲ ਕਈ ਵਾਰੀ ਚੀਜ਼ਾਂ ਉਸ ਹੱਦ ਤੱਕ
ਠੀਕ ਤਾਂ ਨਹੀਂ ਹੁੰਦੀਆਂ, ਪਰ ਅਸੀਂ ਉਹਦੇ ਨੇੜੇ ਤੇੜੇ ਜਿਹੜਾ ਲਾਉਣ ਵਾਸਤੇ ਆਮ ਆਦਮੀ ਪਾਰਟੀ ਜਿਹੜਾ ਪੂਰੇ ਹਮੇਸ਼ਾ ਕੋਸ਼ਿਸ਼ਾਂ ਕਰ ਰਹੀ ਹੈ। ਫਿਰ ਮਿਲਾਂਗੇ ਕਿਸੇ ਹੋਰ ਜਗ੍ਹਾ ਕਿਸੇ ਹੋਰ ਮਹਿਮਾਨ ਦੇ ਨਾਲ। ਤਾਂ ਤੱਕ ਮੈਨੂੰ ਤੇ ਮੇਰੇ ਕੈਮਰੇ ਦੇ ਪਿੱਛੇ ਸਰਬਜੀਤ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।